ਉਹਨੇ ਆਪਦੀ ਮੁਹਿੰਮ ਨੂੰ ਸਿੱਖ ਸਮੁਦਾਇ ਦੇ ਵਿੱਚ ਇੱਕ ਪ੍ਰਵਾਨਗੀ ਦਿਵਾ ਲਈ ਸੀ। ਹਾਲਾਂਕਿ ਉਹਦੇ ਸੈਂਕੜੇ ਪੱਖ ਨੇ, ਜਿਹੜੇ ਪੱਖ ਉਦੋਂ ਦੇਖਣ ਦੇ ਅੱਜ ਤਾਂ ਆਪਾਂ ਦੇਖਾਂਗੇ। ਅੱਜ ਕਈ ਲੋਕ ਇਹ ਕਹਿਣਗੇ ਯਾਰ ਹੁਣ ਉਹ ਜੇਲ੍ਹ ਚਲਾ ਗਿਆ, ਹੁਣ ਉਹਦੀ ਖਿੱਦੋਂ ਉਧੇੜੀ ਜਾ ਰਹੀ। ਜੇ ਤਾਂ ਅਸੀਂ ਇਹਨੂੰ ਤੋੜ ਕੇ ਦੇਖਾਂਗੇ ਉਹ ਸਾਰੀ ਮੂਵਮੈਂਟ ਨਾਲ, ਤਾਂ ਅਸੀਂ ਨਾ ਲੋਕਾਂ ਨਾਲ ਇਨਸਾਫ ਕਰ ਰਹੇ ਹੋਵਾਂਗੇ, ਨਾ ਉਸ ਮੂਵਮੈਂਟ ਨਾਲ ਕਰ ਰਹੇ ਹੋਵਾਂਗੇ, ਨਾ ਉਹਦਾ ਛੇਤੀ ਵਿਸ਼ਲੇਸ਼ਣ ਕਰ ਰਹੇ। ਵਾਹ, ਬਹੁਤ ਸੋਹਣੀ ਗੱਲ। ਉਹਨੇ ਉਹਦੇ ਵਾਸਤੇ ਜਿਹੜੇ ਸੋਸ਼ਲ ਪ੍ਰਬੰਧ ਚਾਹੀਦੇ ਸੀ ਉਸ ਵਕਤ ਦੇ, ਉਹ ਨਹੀਂ ਕਰੇ। ਭਾਈ ਅੰਮ੍ਰਿਤਪਾਲ ਦੇ ਨੇੜੇ ਜਾਣ ਦੀ ਗੱਲ ਹੈ। ਜੇ ਭਾਈ ਅੰਮ੍ਰਿਤਪਾਲ ਉੱਚਾ ਜਿਵੇਂ ਕਹਿ ਵੀ ਰਿਹਾ ਵੀ ਉਦੋਂ ਤਾਂ ਕੁਝ ਨਹੀਂ ਕਹਿੰਦੇ ਸੀ, ਬਾਅਦ ਚ ਕੁੱਟਦੇ ਮਾਰਦੇ ਸੀ, ਜੋ ਵੀ ਕਰਦੇ ਸੀ। ਸੋ ਇਹਦਾ ਮਤਲਬ ਇਹ ਹੈ ਵੀ ਭਾਈ ਅੰਮ੍ਰਿਤਪਾਲ ਦਾ ਡਰ ਹੈ, ਅਦਰਵਾਈਜ਼ ਉਹ ਮੁਹਿੰਮ ਨਹੀਂ ਹੈ। ਭਾਈ ਅੰਮ੍ਰਿਤਪਾਲ ਦੀ ਜਿਹੜੀ ਲਹਿਰ ਸੀ ਉਹਦੇ ਚ ਵੱਡਾ ਡਿਫੈਕਟ ਇਹ ਸੀ ਕਿ ਸਿੱਖੀ ਤਾਂ ਉਹਦੇ ਚ ਸਿੱਖੀਅਤ ਤਾਂ ਗੱਲ ਨਹੀਂ ਸੀ। ਨਸ਼ਾ ਛੱਡਣਾ ਮਤਲਬ ਇਹ ਨਹੀਂ ਹੈਗਾ ਕਿ ਨਸ਼ੇ ਦੀ ਵਰਤੋਂ ਨਾ ਕਰਨਾ। ਨਸ਼ੇ ਦਾ ਛੱਡਣ ਦਾ ਮਤਲਬ ਆ ਕਿ ਉਸ ਚੀਜ਼ ਚੋਂ ਨਿਕਲ ਕੇ ਆਪਣੇ ਆਪ ਨੂੰ ਦੁਬਾਰਾ ਉਨਾ ਹੀ ਕੈਪੇਬਲ ਔਰ ਫੁੱਲੀ ਫੰਕਸ਼ਨਲ ਬਣਾ ਲੈਣਾ, ਤਾਂ ਕਿ ਤੁਸੀਂ ਹਰ ਲੈਵਲ ਤੇ ਉਨਾ ਹੀ ਐਕੂਰੇਟਲੀ ਇਫੈਕਟਿਵਲੀ ਕੰਮ ਕਰਦੇ ਹੋ ਜਦੋਂ ਪਹਿਲਾਂ ਕਰਦੇ ਹੋ। ਇੱਥੇ ਅਨਪੜ੍ਹਤਾ ਵੀ ਸੀਗੀ, ਇੱਦਾਂ ਹੀ ਐਕਸਪਰਟ ਵੀ ਜੀ ਆਏ ਹੁੰਦਾ ਜੀ, ਕਹਦਾ ਆਏ ਬਣਨਾ ਚਾਹੀਦਾ ਜੀ, ਫਲਾਣਾ ਕਰਨਾ ਚਾਹੀਦਾ। 4 ਕਰੋੜ ਰੁਪਏ ਹਰ ਸਾਲ ਖਰਚੀ ਜਾਂਦੇ ਸੀਗੇ। 500 ਮਾਸਟਰ B.Ed ਲੱਗਿਆ ਹੋਇਆ ਸੀ, ਢੇਡੇ ਦਾ ਨਹੀਂ ਪੜਾਉਂਦੇ ਸੀ। ਜਿਹੜਾ ਇਨਫੈਂਟ ਮੋਰਟੈਲਿਟੀ ਰੇਟ 1 ਸਾਲ ਤੋਂ ਪਹਿਲਾਂ ਬੱਚੇ ਮਰ ਜਾਂਦੇ ਨੇ, ਉਹ 98 ਬੱਚੇ ਮਰਦੇ ਸੀ ਪੂਰੇ ਭਾਰਤ 'ਚ। ਅਸੀਂ ਪੂਰੇ ਭਾਰਤ 'ਚ ਮੁਹਿੰਮ ਚਲਾਈ, ਉਹ 78 ਰਹਿ ਗਿਆ। 28,000 ਬੰਦਾ ਜੇਲ੍ਹਾਂ 'ਚ ਪਤਾ ਸੀ, ਤਾਂ ਵੀ ਨਸ਼ਾ ਨਹੀਂ ਬੰਦ ਹੋਇਆ। ਜਾਇਦਾਦ ਕਬਜ਼ਾ ਕਰਨ ਦਾ ਕਾਨੂੰਨ ਬਣਾਤਾ, ਫਿਰ ਵੀ ਨਸ਼ਾ ਨਹੀਂ ਬੰਦ ਹੋਇਆ। ਇਹ ਸਾਨੂੰ ਭੁਲੇਖਾ ਨਹੀਂ ਰੱਖਣਾ। ਸੋ ਨਸ਼ਾ ਛਡਾਉਣ ਵਾਸਤੇ ਜਿਹੜੀ ਅੰਮ੍ਰਿਤਪਾਲ ਨੇ ਕੋਈ ਡਾਕਟਰੀ ਤੌਰ ਤੇ ਨਸ਼ਾ ਛਡਾਉਣ ਦਾ ਦਾਅਵਾ ਹੀ ਨਹੀਂ ਕਰਿਆ, ਪਰ ਜਿਹੜਾ ਸਮਾਜਿਕ ਤੌਰ ਤੇ ਦਾਅਵਾ ਕਰਿਆ ਸੀ, ਜਿਹੜਾ ਸਿੱਖੀ ਦੇ ਤੌਰ ਤੇ ਦਾਅਵਾ ਕਰਿਆ ਸੀ, ਜਿਹੜਾ ਉਹਨੇ ਫਲਸਫੇ ਦੇ ਤੌਰ ਤੇ ਦਾਅਵਾ ਕਰਿਆ ਸੀ ਨਸ਼ਾ ਛਡਾਉਣ ਦਾ, ਉਹ ਦਾਅਵਾ ਪੂਰਾ ਨਹੀਂ ਕਰ ਸਕਿਆ। ਉਹ ਕੋਈ ਤਿਆਰੀ ਨਹੀਂ ਕਰੀ। ਜਿਹੜੀ ਤਿਆਰੀ ਡਾਕਟਰ ਸਾਹਿਬ ਕਹਿੰਦੇ ਨੇ ਉਹਦੀ ਬਿਲਕੁਲ ਲੋੜ ਨਹੀਂ ਸੀ, ਪਰ ਜਿਹੜੀ ਸਿੱਖੀ ਵਾਸਤੇ ਤਿਆਰੀ ਦੀ ਲੋੜ ਸੀ ਉਸ ਨਸ਼ੇ ਨੂੰ ਛਡਾਉਣ ਵਾਸਤੇ। ਪਰ ਸਮਾਨ ਜਿੱਥੇ ਲੋੜ ਹੋਵੇ ਉੱਥੇ ਵਰਤਿਆ ਜਾਣਾ ਹੈ। ਪਹਿਲਾਂ ਸਮਾਜ ਹੈ, ਫਿਰ ਸਮਾਜ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੰਮ੍ਰਿਤਪਾਲ ਤੇ NSA ਲੱਗਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ 'ਚ ਜਾਣ ਮਗਰੋਂ ਜਿਹੋ ਜਿਹੇ ਖੁਲਾਸੇ ਹੋ ਰਹੇ ਆ, ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਸ਼ਾਇਦ ਬਹੁਤੇ ਲੋਕ ਇਹ ਵੀ ਕਹਿਣਗੇ ਕਿ ਇਸ ਨੂੰ ਗਲਤ ਪੇਸ਼ ਕੀਤਾ ਜਾ ਰਿਹਾ ਹੈ ਜਾਂ ਗਲਤ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ। ਦਰਅਸਲ ਗੱਲ ਇਦਾਂ ਹੀ ਹੁੰਦੀ ਹੈ, ਕੋਈ ਚੀਜ਼ ਦਾ ਜਦੋਂ ਇੱਕੋ ਦਮ ਉਭਾਰ ਹੁੰਦਾ ਹੈ ਤੇ ਉਹ ਜਦੋਂ ਉਹਦਾ ਭਾਂਡਾ ਫੁੱਟਦਾ ਹੈ ਤੇ ਹੌਲੀ ਹੌਲੀ ਚੀਜ਼ਾਂ ਨਿਕਲ ਕੇ ਸਾਹਮਣੇ ਵੀ ਆਉਣ ਲੱਗਦੀਆਂ ਨੇ। ਹਰ ਕਿਸੇ ਦਾ ਵੇਖਣ ਦਾ ਆਪੋ ਆਪਣਾ ਨਜ਼ਰੀਆ ਹੈ। ਅੰਮ੍ਰਿਤਪਾਲ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਕਿੰਤੂ ਪਰੰਤੂ ਹੋਏ, ਉੱਥੇ ਕਈ ਗੱਲਾਂ ਅਜਿਹੀਆਂ ਸੀਗੀਆਂ ਜਿਨ੍ਹਾਂ ਦੇ ਪਿੱਛੇ ਸ਼ਲਾਘਾ ਹੁੰਦੀ ਸੀ ਕਿ ਅੰਮ੍ਰਿਤਪਾਲ ਕਿਹੜਾ ਕੋਈ ਮਾੜਾ ਕੰਮ ਕਰ ਰਿਹਾ ਹੈ। ਅੰਮ੍ਰਿਤਪਾਲ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਗੁਰੂ ਵਾਲੇ ਪਾਸੇ ਲਾ ਰਿਹਾ ਹੈ, ਚੰਗਾ ਕੰਮ ਹੈ ਔਰ ਇਹ ਕੰਮ ਵਾਕਈ ਕੋਈ ਮਾੜਾ ਕੰਮ ਨਹੀਂ ਹੈ। ਪਰ ਗੱਲ ਇਹ ਹੈ ਸਮਝਣ ਵਾਲੀ ਕਿ ਜਦੋਂ ਕੋਈ ਨੌਜਵਾਨ ਨਸ਼ੇ ਦੇ ਵਿੱਚ ਗਲਤਾਨ ਹੁੰਦਾ ਹੈ, ਜਦੋਂ ਇੱਕ ਸਵਾਦ ਤੋਂ ਇੱਕ ਚੇਟਕ ਤੋਂ ਬਾਅਦ ਇੱਕ ਦਲਦਲ ਦੇ ਵਿੱਚ ਧਸ ਜਾਂਦਾ ਹੈ, ਉਸ ਦਲਦਲ ਦੇ ਵਿੱਚੋਂ ਨਿਕਲਣ ਦਾ ਰਾਹ ਕੀ ਹੋਵੇਗਾ? ਕਿ ਮਹਿਜ਼ ਤਿੱਖੀਆਂ ਤਕਰੀਰਾਂ ਹੋਣਗੀਆਂ, ਊਰਜਾਵਾਨ ਡਾਇਲੌਗ ਹੀ ਕਾਫੀ ਹੋਵੇਗਾ, ਜਾਂ ਉਹਦੇ ਨਾਲ ਕੋਈ ਮੈਡੀਸਿਨ ਵੀ ਜ਼ਰੂਰੀ ਹੋਏਗੀ? ਸੋ ਉੱਥੇ ਜਿਹੜੇ ਨੌਜਵਾਨ ਰੱਖੇ ਜਾਂਦੇ ਸੀ, ਉਹਨਾਂ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਸੀ, ਉਹਨਾਂ ਨੂੰ ਕੀ ਦਵਾਈ ਦੇ ਤੌਰ ਦੇ ਉੱਤੇ ਦਿੱਤਾ ਜਾਂਦਾ ਸੀਗਾ? ਸਾਡੇ ਨਾਲ ਉਹਨਾਂ ਦੇ ਇੱਕ ਖਾਸ ਰਾਜ਼ਦਾਰ ਨੇ ਜਿਹੜੇ ਰਾਜ਼ ਖੋਲ੍ਹੇ ਆ, ਪਹਿਲਾਂ ਉਹ ਸੁਣਦੇ ਆ, ਉਸ ਤੋਂ ਬਾਅਦ ਸਾਡੇ ਨਾਲ ਇਸ ਚਰਚਾ ਦੇ ਵਿੱਚ ਚਿੰਤਕ ਤੇ ਡਾਕਟਰ ਦੋਵੇਂ ਹੀ ਰਹਿਣਗੇ। ਉਹਨਾਂ ਤੋਂ ਜਾਣਾਂਗੇ ਕਿ ਇਹਦੇ ਵਿੱਚ ਕਿੰਨੀ ਕੁ ਪੋਸੀਬਿਲਿਟੀ ਸੀ। ਜਦੋਂ ਮਤਲਬ ਕਿ ਉੱਥੇ ਮੈਂ ਦੇਖਿਆ ਇੱਕ ਦੂਜੇ ਦੇ ਨਾਲ ਉਹ ਜਿਹੜੇ ਮਤਲਬ ਥੱਲੇ ਵਾਲੇ ਸਿੰਘ ਹੁੰਦੇ ਆ, ਉਹ ਆਪਸ ਵਿੱਚ ਖਾਰ ਖਾਂਦੇ ਰਹਿੰਦੇ, ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ, ਕੁਛ ਕਰਦੇ ਰਹਿੰਦੇ ਸੀ। ਉਤੋਂ ਫਿਰ ਮੇਰਾ ਮਨ ਹੋ ਗਿਆ ਸ਼ਾਮ ਨੂੰ ਸਾਰੇ ਉੱਥੇ ਪਿੰਡ ਦੇ ਮਤਲਬ ਮਿਲਣ ਗਏ ਉਹਨਾਂ ਨੂੰ, ਤੇ ਮਿਲ ਗਏ ਤਾਂ ਉੱਥੇ ਇੱਕ ਉਹਨਾਂ ਦੇ ਕੋਈ ਸਿੰਘ ਨੂੰ ਮੈਡੀਸਨ ਚਾਹੀਦੀ ਸੀ, ਉਹਨੂੰ ਮੈਂ ਮੈਡੀਸਨ ਦਿੱਤੀ। ਮੈਡੀਸਨ ਨਾਲ ਹੀ ਰੱਖਦੇ ਹੋ? ਨਹੀਂ, ਮਤਲਬ ਮੇਰਾ ਕੋਲ ਹੀ ਪਿੰਡ ਆ, ਨਾਲ ਹੀ ਪਿੰਡ ਆ, ਮੇਰਾ ਸਟੋਰ ਵੀ ਕੋਲ ਸੀ। ਮੈਂ ਉੱਥੋਂ ਮਤਲਬ ਮੈਡੀਸਨ ਲੈ ਕੇ ਗਿਆ, ਨਾਲ ਮੈਡੀਸਨ ਦਿੱਤੀ ਉਹਨਾਂ ਨੂੰ। ਕਹਿੰਦੇ ਸੀ ਨਹੀਂ ਸਾਨੂੰ ਉਹ ਨਹੀਂ ਚਾਹੀਦੀ, ਮਤਲਬ ਤੁਸੀਂ ਸਿਰਫ ਉੱਥੇ ਕਿਸੇ ਨੂੰ ਫੀਵਰ ਹੋ ਗਿਆ, ਕਿਸੇ ਨੂੰ ਪੇਟ ਦਰਦ ਆ, ਕਿਸੇ ਨੂੰ ਲੂਜ਼ ਮੋਸ਼ਨ ਆ, ਤਾਂ ਇਹਨਾਂ ਦੀ ਮੈਡੀਸਨ ਤੁਸੀਂ ਦੇਣੀ ਹੈ ਉੱਥੇ। ਇਹਨਾਂ ਦੇ ਵਿੱਚ 1 ਅੱਧਾ ਘੰਟਾ ਜਾਂਦਾ ਸੀ, ਜਿੱਦਾਂ ਮਹੀਨਾ ਇੱਕ ਪੂਰਾ ਮੈਡੀਸਨ ਮਹੀਨੇ ਦੀ ਮੈਡੀਸਨ ਦਿੱਤੀ ਸੀ। 10 ਦਿਨ ਹੀ ਗਿਆ ਸੀ ਮਹੀਨੇ ਦੇ ਵਿੱਚ ਮੈਂ ਖਾਣ। ਮਤਲਬ ਜਿੱਦਾਂ ਉਹਨਾਂ ਨੂੰ ਇਹ ਸੀ ਵੀ ਇਹ ਮੇਰੇ ਕੋਲ ਆ ਜਾਂਦੇ ਸੀ ਸਾਰੇ ਜਾਣੇ, ਜਿੱਦਾਂ ਸਤਰਾਣਾ ਹੋ ਗਿਆ, ਵਿਕਰਮ ਹੋ ਗਿਆ ਨਾ, ਉਹ ਮੇਰੇ ਕੋਲ ਆ ਜਾਂਦੇ ਸੀ ਜਦੋਂ ਮੈਂ ਮੈਡੀਸਨ ਦਿੰਦਾ ਸੀ। ਤੇ ਉਹਨਾਂ ਨੂੰ ਇਹ ਹੋ ਗਿਆ ਵੀ ਸਾਨੂੰ ਇੰਨਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ, ਸਾਡੇ ਕੋਲ ਇੱਕ ਵਾਰੀ ਵੀ ਨਹੀਂ ਆ ਕੇ ਬੈਠਦੇ ਜਾਂ ਏਦਾਂ ਕੁਛ ਕਰਦੇ। ਬਿਨਾਂ ਕਿਸੇ ਦੇਰੀ ਤੋਂ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੁਫ ਕਰਵਾਉਂਦੇ ਹੋਏ ਉਹਨਾਂ ਦਾ ਇਸਤਕਬਾਲ ਕਰਾਂਗੇ। ਸਾਡੇ ਨਾਲ ਬੜੇ ਸੀਨੀਅਰ ਸਮਾਜਿਕ ਚਿੰਤਕ ਡਾਕਟਰ ਸਾਹਿਬ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੁੜੇ। ਗਰਗ ਸਾਹਿਬ, ਤੁਹਾਡਾ ਸਵਾਗਤ ਹੈ ਚਰਚਾ 'ਚ।
ਡਾਕਟਰ ਤਰਲੋਚਨ ਸਿੰਘ ਜੀ ਨੇ, ਮਨੋਵਿਗਿਆਨੀ ਨੇ, ਉਹ ਵੀ ਸਾਡੇ ਨਾਲ ਚਰਚਾ ਜੁੜੇ। ਜੀਓ ਆਇਆਂ ਨੂੰ। ਗਰਗ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਇਹ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਕੀ ਇੰਨਾ ਸੌਖਾ ਹੁੰਦਾ ਕਿਸੇ ਨੂੰ ਨਸ਼ੇ ਤੋਂ ਹਟਾ ਲੈਣਾ ਜਿੰਨਾ ਸੌਖਾ ਨਸ਼ੇ ਦੇ ਨਾਲ ਲਾ ਲੈਣਾ? ਕਿ ਦਰਦ ਦੀਆਂ ਦਵਾਈਆਂ ਦੇ ਕੇ ਨਸ਼ੇ ਛਡਾਏ ਜਾ ਸਕਦੇ ਆ? ਨਸ਼ੇ ਨੂੰ ਛਡਾਉਣਾ ਤਾਂ ਵਾਕਈ ਗੋਲੀ ਟੂ ਗੋਲਾ। ਸਾਡੇ ਫਾਰਮਾਕੋਲੋਜੀ ਦੇ ਪ੍ਰੋਫੈਸਰ ਹੁੰਦੇ ਬੜੇ ਵੱਡੇ ਵਿਦਵਾਨ ਜੀ, ਗੋਲੀ ਟੂ ਗੋਲਾ ਜੀ। ਤੇ ਅਸੀਂ ਤਾਂ ਉਹ ਫੇਜ਼ ਦੇਖਿਆ ਜਿਹੜਾ ਤੁਸੀਂ ਨਹੀਂ ਦੇਖਿਆ ਜੀ। ਜਦ ਇੱਥੇ ਸਾਰੇ ਨਸ਼ੇ ਆਫੀਸ਼ੀਅਲੀ ਸਰਕਾਰੀ ਤੌਰ ਤੇ ਵਿਕਦੇ ਸੀ, ਫੀਮ ਦੇ ਠੇਕੇ ਹੁੰਦੇ ਸੀ। ਅਸੀਂ ਖੁਦ ਫੀਮ ਦੇ ਠੇਕੇਦਾਰ ਰਹੇ ਹਾਂ ਤੇ ਤੰਬਾਕੂ ਦੇ ਵੀ ਠੇਕੇ ਹੁੰਦੇ ਸੀ। ਨਸਵਾਰ ਵਿਕਦੀ ਸੀ, ਤੰਬਾਕੂ ਵਿਕਦਾ ਸੀ ਤੇ ਇਸੇ ਤਰ੍ਹਾਂ ਸ਼ਰਾਬ ਦੇ ਠੇਕੇ ਸੀ। ਸ਼ਰਾਬ ਦੇ ਠੇਕੇ ਰਹਿ ਗਏ, ਤੰਬਾਕੂ ਸਭ ਨੂੰ ਖੁੱਲ੍ਹਾ ਕਰਤਾ ਸੀ ਤੇ ਫੀਮ ਬੰਦ ਕਰਤੀ ਸੀ, ਸਿਵਲ ਸੰਦਰਤਾਂ ਚੋਂ ਮਿਲਦੀ ਸੀ ਤੇ ਉਹ ਨਸ਼ਾ ਲੱਗਦਾ ਸੀ। ਪਰ ਨਸ਼ੇ ਨੂੰ ਛਡਾਉਣ ਦੇ ਵਿੱਚ ਦੋ ਤਿੰਨ ਗੱਲਾਂ ਜ਼ਰੂਰ ਨੇ ਜੀ। ਜੇ ਤਾਂ ਅਸੀਂ ਡਾਕਟਰੀ ਤੌਰ ਤੇ ਦੇਖਦੇ ਹਾਂ ਫਿਰ ਤਾਂ ਜਿਹੜਾ ਬੰਦਾ ਨਸ਼ੇ 'ਚ ਲੱਗਿਆ ਹੋਇਆ ਉਹਨੂੰ ਤੋੜ ਲੱਗਦੀ ਹੈ। ਬਿਲਕੁਲ। ਜਿਵੇਂ ਫੀਮ ਵਾਲਾ ਹੈ ਉਹਨੂੰ ਟੱਟੀਆਂ ਲੱਗ ਜਾਣਗੀਆਂ ਕਿਉਂਕਿ ਪਹਿਲਾਂ ਉਹਨੂੰ ਕਬਜ਼ੀ ਰਹਿੰਦੀ ਹੈ ਹਾਂਜੀ, ਤੇ ਸਰੀਰ ਨੂੰ ਬਹੁਤ ਤੋੜ ਲੱਗੀ। ਸ਼ਰਾਬ ਵਾਲਾ ਜਿਹੜਾ ਉਹਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਤੇ ਜੇ ਕੋਈ ਖਾਸ ਕਿਸਮ ਦੀ ਦਵਾਈ ਕਦੇ ਰਿਐਕਸ਼ਨ ਵੀ ਕਰਦੀ ਹੈ, ਇਹ ਬੜਾ ਕੁਛ ਹੈ। ਫਿਰ ਉਹ ਰੋਂਦੇ ਪਿੱਟਦੇ ਬਹੁਤ ਨੇ ਕਿ ਹਾਏ ਮੈਂ ਮਰ ਗਿਆ। ਤੇ ਇਹ ਹੈਗਾ ਜਿਹੜਾ ਅਸੀਂ ਆਮ ਡਾਕਟਰੀ ਇਲਾਜ ਕਰਦੇ ਹਾਂ। ਪਰ ਮੈਂ ਇੱਕ ਇਸ ਗੱਲ ਨੂੰ ਦੂਜੇ ਪੱਖੋਂ ਵੀ ਲੈਣਾ ਵੀ ਜਦ ਨਸ਼ਾ ਜਿਹੜਾ ਛਡਾਉਣਾ ਹੋਵੇ, ਮੈਂ ਆਪਣੇ ਸਟੂਡੈਂਟ ਨੂੰ ਵੀ ਇਹੀ ਪੜ੍ਹਾਉਂਦਾ ਸੀ ਵੀ ਜਿਹੜਾ ਨਸ਼ਾ ਕਰਨ ਵਾਲਾ ਜਿੰਨਾ ਚਿਰ ਉਹਦਾ ਇਹ ਪੱਕਾ ਇਰਾਦਾ ਨਹੀਂ ਕਿ ਮੈਂ ਨਸ਼ਾ ਛੱਡਣਾ ਹੈ, ਉਹਨਾਂ ਚਿਰ ਦਵਾਈਆਂ ਉਹਨੂੰ ਨਸ਼ਾ ਨਹੀਂ ਛਡਾ ਸਕਦੀਆਂ। ਦੂਜਾ ਨਸ਼ਾ ਜਿਹੜਾ ਛਡਾਉਣਾ ਹੈ ਉਹਦੇ ਵਾਸਤੇ ਜਿਹੜੀ ਦਵਾਈ ਦਿੰਦੇ ਉਹ ਵੀ ਨਸ਼ਾ ਹੈ ਜੀ, ਉਹਦੀ ਕਾਟ ਕਰਦਾ। ਜਿਵੇਂ ਜੇ ਕਿਸੇ ਨੇ ਫੀਮ ਜ਼ਿਆਦਾ ਖਾ ਲਈ ਹੋਵੇ, ਅਸੀਂ ਨਲੋਰਫਿਨ ਦਾ ਟੀਕਾ ਲਾਉਂਦੇ ਹਾਂ, ਉਹ ਨਲੋਰਫਿਨ ਜੇ ਫੀਮ ਨਾ ਖਾਦੇ ਹੋਏ ਨਲੋਰਫਿਨ ਨਾਲ ਨਸ਼ਾ ਹੋ ਜੂ ਨਹੀਂ। ਸੋ ਇਸ ਕਰਕੇ ਇਹ ਜਿਹੜੀ ਨਸ਼ਾ ਹੈ, ਜੇ ਇਹ ਨਲੋਕਸਿਨ ਦੀ ਗੋਲੀ ਬੁਪਰੀਨੋਰਫਿਨ ਤੇ ਨਲੋਕਸਿਨ ਰਲਾ ਕੇ ਦਿੰਦੇ ਸੀ। ਉਹ ਨਲੋਕਸਿਨ ਉਹਦੇ ਥੋੜੇ ਇਫੈਕਟ ਘਟਾਉਣ ਵਾਸਤੇ ਸੀ ਨਾਲ, ਤੇ ਬੁਪਰੀਨੋਰਫਿਨ ਨਸ਼ਾ ਹੀ ਹੈ, ਉਹਦਾ ਹੈਰੋਇਨ ਦਾ ਉਲਟਾ ਹੈਗਾ। ਸੋ ਇਹ ਇੱਥੇ 2-2 ਸਾਲ ਦਿੰਦੀ ਵੀ ਰਹਿੰਦੀ। ਸੋ ਇੰਨਾ ਸੌਖਾ ਨਹੀਂ ਹੈ ਜੇ ਅਸੀਂ ਐਂ ਦੇਖੀਏ। ਪਰ ਜੇ ਅਸੀਂ ਦੇਖੀਏ ਵੀ ਇੱਕ ਪ੍ਰਚਾਰ ਦੇ ਤੌਰ ਤੇ ਜਦ ਮੁਹਿੰਮ ਜਾਂਦੀ ਹੈ ਉਹਦੇ ਚ ਬੰਦੇ ਡਿਟਰਮੀਨੇਸ਼ਨ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਜਿਹੜੀ ਤੋੜ ਲੱਗਦੀ ਹੈ ਉਹ ਤੋੜ ਨੂੰ ਛੱਡ ਦਿੰਦੇ ਨੇ। ਮੈਂ ਆਪ ਇਹੋ ਜਿਹੇ ਬੰਦੇ ਦੇਖੇ ਨੇ। ਸਾਡੇ ਪਿੰਡ 'ਚ ਗੁਰਦੁਆਰੇ 'ਚ ਬੰਦਾ ਜਾਂਦਾ ਸੀ, ਉਹਨੇ ਜਾਂਦਾ ਨਹੀਂ ਸੀ, ਨੰਬਰਾਂ ਦਾ ਮੁੰਡਾ ਸੀ, ਸਿਗਰਟਾਂ ਚੇਨ ਸਮੋਕਰ ਸੀ ਉਹ। ਓਕੇ। ਤੇ ਉਹਨੇ ਲੈ ਲਿਆ ਲਾਊਡ ਸਪੀਕਰ, ਕਹਿਣ ਲੱਗਾ ਜੀ ਮੈਂ ਅਖੰਡ ਪਾਠ ਤੇ ਲਾਇਆ ਕਰਾਂਗਾ। ਅਸੀਂ ਕਿਹਾ ਵੀ ਤੂੰ ਤਾਂ ਸਿਗਰਟਾਂ ਪੀਣਾ, ਤੈਨੂੰ ਤਾਂ ਨਹੀਂ ਅਸੀਂ ਲਾਉਣ ਦੇਣਾ। ਤੇ ਉਹ ਕਹਿੰਦਾ ਉੱਥੇ ਹੀ ਗੁਰਦੁਆਰੇ ਬੈਠਾ, ਕਹਿੰਦਾ ਜੀ ਅੱਜ ਤੋਂ ਛੱਡੀਆਂ। ਅੱਛਾ ਜੀ। ਉਹਨੇ ਮੁੜ ਕੇ ਸਿਗਰਟ ਨਹੀਂ ਪੀਤੀ, ਉਹ ਚੇਨ ਸਮੋਕਰ ਸੀ। ਓਕੇ। ਐ ਨਹੀਂ ਹੈ, ਡਿਟਰਮੀਨੇਸ਼ਨ ਬਹੁਤ ਕੁਛ ਕਰਦਾ ਹੈ, ਹੱਲਾਸ਼ੇਰੀ ਬਹੁਤ, ਬਲਕਿ ਇਹਦੇ ਚ ਹੱਲਾਸ਼ੇਰੀ ਡਿਟਰਮੀਨ ਸਭ ਕੁਝ ਚਾਹੀਦਾ ਹੈ। ਤੇ ਜਿਹੜਾ ਇਹ ਨਸ਼ਾ ਛਡਾਊ ਇਹਨਾਂ ਨੇ ਸ਼ੁਰੂ ਕਰੇ ਸੀਗੇ, ਇਹਦੇ ਚ ਕੋਈ ਐ ਨਹੀਂ ਵੀ ਅੱਜ ਇਹ ਬੰਦਾ ਆਇਆ ਸਾਹਮਣੇ। ਇਹ ਤਾਂ ਚਲੋ ਇਹਨੇ ਤਾਂ ਆਪਣੀਆਂ ਦਵਾਈਆਂ, ਮੈਂ ਕੱਲ ਵੀ ਸੁਣੀ ਆ ਵੀਡੀਓ ਇਹ ਜੀ ਜੀ, ਤੇ ਇਹ ਤਾਂ ਇਹਨੇ ਆਪਦੀ ਵੇਚਣੀ ਹੈ। ਚਲੋ ਇਹਨੂੰ ਵੀ ਪੈਸਿਆਂ ਦਾ ਵੀ ਇਹਨੂੰ ਸਵਾਲ ਵੀ ਕਰਿਆ ਸਿੱਧਾ ਐਂਕਰ ਨੇ ਵੀ ਫਿਰ ਤੁਹਾਨੂੰ ਕਹਿੰਦਾ ਹਾਂਜੀ ਫਿਰ ਪੈਸਿਆਂ ਦਾ ਤਾਂ ਮੈਨੂੰ ਵੱਧ ਮਿਲਦੀ ਸੀਗੇ। ਇਹ ਕੋਈ ਟ੍ਰੇਨਡ ਵੀ ਨਹੀਂ ਲੱਗਦਾ ਮੈਨੂੰ ਜੀ, ਇਹ ਸਧਾਰਨ ਬੰਦਾ ਲੱਗਦਾ ਵੀ ਚਲ ਅਸੀਂ ਆਹ ਦੇਤਾ ਉਹ ਹੋਰ। ਆਹੋ ਗਰਗ ਸਾਹਿਬ, ਸਵਾਲ ਹੀ ਇੱਥੋਂ ਹੁੰਦਾ ਨਾ ਵੀ ਅਜਿਹੇ ਸਧਾਰਨ ਜੇ ਬੰਦੇ, ਆਮ ਜਿਹੜੇ ਮੈਡੀਕਲ ਸਟੋਰ ਵਾਲੇ ਬੰਦੇ, ਕੀ ਉਹ ਵਾਕਿਆ ਹੀ ਨਸ਼ਾ ਛਡਾਉਣ ਵਾਲੇ ਪਾਸੇ ਆ ਸਕਦੇ? ਚਲੋ ਇੱਕ ਫੈਕਟਰ ਤੁਹਾਡਾ ਮੰਨ ਲਿਆ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਇੱਕ ਕੋਈ ਊਰਜਾਵਾਨ ਕੋਈ ਕਿਸੇ ਨਾਲ ਡਾਇਲੌਗ ਕਰੇ, ਕੋਈ ਅਜਿਹੀ ਉਹਨੂੰ ਗੱਲ ਕਵੇ ਤੇ ਉਹਦੇ ਅੰਦਰ ਚੀਜ਼ ਘਰ ਕਰ ਜੇ, ਪਰ ਇਹ ਸਾਰਿਆਂ ਦੇ ਲਈ ਤਾਂ ਇਹ ਚੀਜ਼ ਨਹੀਂ ਇੱਕੋ ਰਸਤੇ ਦੇਖੀ ਜਾ ਸਕਦੀ। ਨਹੀਂ ਸਾਰੇ ਨਹੀਂ, ਵਿਅਕਤੀਗਤ ਨਾ ਦੇਖੋ ਤੁਸੀਂ। ਜਦ ਇੱਕ ਮੁਹਿੰਮ ਹੁੰਦੀ ਹੈ, ਪਹਿਲਾਂ ਗੱਲ ਆਪਾਂ ਐਂ ਦੇਖੀਏ, ਆਪਾਂ ਇਹਦੇ ਜਿਹੜੇ ਦੇ ਨੈਗੇਟਿਵ ਪੱਖ ਨੇ ਉਹ ਤੇ ਆਵਾਂਗੇ ਜੀ। ਪਰ ਸਵਾਲ ਇਹ ਹੈ ਵੀ ਜਿੱਦਾਂ ਦੇਸ਼ ਦੇ ਵਿੱਚ, ਮੈਂ ਰੋਜ਼ ਕਹਿਣਾ, ਮੇਰੇ ਤਾਂ ਨਸ਼ਿਆਂ ਚੋਂ ਅੱਜ ਦੀ ਗੱਲ ਕਰਦਾ, ਮੈਂ ਤਾਂ 6 ਸਾਲ ਤੋਂ ਕਹਿ ਰਿਹਾ ਵੀ ਇਹ ਮੁਹਿੰਮ ਤੋਂ ਬਗੈਰ ਨਸ਼ੇ ਹਟ ਹੀ ਨਹੀਂ ਸਕਦੇ। ਤੁਸੀਂ ਕਿਵੇਂ ਹਟਾਓਗੇ? ਉਹਦੀ ਰੀਹੈਬਿਲਿਟੇਸ਼ਨ, ਉਹਨੂੰ ਇੱਕ ਜੋਸ਼, ਉਹਨੂੰ ਲੋਕਾਂ ਦੇ ਵਿੱਚ ਇੱਕ ਪ੍ਰਵਾਨਗੀ, ਇਹ ਅੰਮ੍ਰਿਤਪਾਲ ਦੀ ਸਿਸਟਮ 'ਚ ਮਿਲਦੀ ਸੀ ਉਹਨੂੰ ਪ੍ਰਵਾਨਗੀ, ਜਿਹੜਾ ਨਸ਼ਾ ਛੱਡ ਦਿੰਦਾ ਸੀ ਵੀ ਹਾਂਜੀ ਇਹ ਤਾਂ ਉੱਥੇ ਜਾ ਕੇ ਆਇਆ, ਇਹ ਤਾਂ ਸੁਧਰ ਗਿਆ ਜੀ, ਇਹ ਤਾਂ ਸਮਾਜ 'ਚ ਵੀ ਉਹਨੂੰ ਚਾਹੀਦਾ। ਸੋ ਅਸੀਂ ਇਹਨੂੰ ਕਹਿੰਦੇ ਆ ਮਾਨਸਿਕ ਮੁੜ ਵਸੇਬਾ, ਸਰੀਰਕ ਮੁੜ ਵਸੇਬਾ, ਆਰਥਿਕ ਮੁੜ ਵਸੇਬਾ, ਸਮਾਜਿਕ ਮੁੜ ਵਸੇਬਾ। ਤੋ ਇਹ ਸਾਰੇ ਕਾਸੇ ਦਾ ਮੁਹਿੰਮਾਂ ਤੋਂ ਬਗੈਰ ਨਹੀਂ ਹੋ ਸਕਦਾ। ਡਾਕਟਰੀ ਨਹੀਂ ਇਹ ਕਰ ਸਕਦੀ। ਡਾਕਟਰੀ ਤਾਂ ਸਿਰਫ ਉਹਦਾ ਵੱਧ ਤੋਂ ਵੱਧ ਉਹਦਾ ਨਸ਼ਾ ਛਡਾਏਗੀ, ਜ਼ਿਆਦਾ ਤੋਂ ਜ਼ਿਆਦਾ ਕਰੇਗੀ ਤਾਂ ਜਿਹੜੀਆਂ ਉਹਨੂੰ ਨਸ਼ੇ ਕਰਕੇ ਹੋਰ ਬਿਮਾਰੀਆਂ ਲੱਗੀਆਂ ਨੇ ਉਹਦਾ ਮਾੜਾ ਮੋਟਾ ਇਲਾਜ ਕਰਦੀ। ਸੋ ਇਸ ਕਰਕੇ ਜਿੰਨੇ ਨਸ਼ਾ ਛਡਾਊ ਕੇਂਦਰ ਨੇ ਅੱਜ ਜਿਹੜੇ ਇੱਥੇ ਖੜਦੇ ਆਲੇ ਨੇ, ਤੁਸੀਂ ਜਿੱਦੇ ਮਰਜ਼ੀ ਜਾ ਕੇ ਸਰਵੇ ਕਰ ਲਿਓ, ਇੱਥੇ ਤਹਿਖਾਨਾ 'ਚ ਰੱਖੇ ਹੋਏ ਨੇ, ਕੁੱਟਦੇ ਨੇ ਬੰਦਿਆਂ ਨੂੰ, ਡੰਡਿਆਂ ਨਾਲ ਬੁਰਾ ਹਾਲ ਕਰਦੇ ਨੇ, ਪੈਸੇ ਲੈ ਕੇ ਰੱਖਦੇ ਨੇ। ਹਾਈ ਕੋਰਟ ਨੇ ਕਮੇਟੀ ਬਣਾਈ, ਉਹ ਡਾਕਟਰ ਤੇ ਉਲਟਾ ਇਹਨਾਂ ਨੇ ਕੇਸ ਕਰਤਾ। ਡਾਕਟਰ ਗਿਆ ਹਾਈ ਕੋਰਟ ਦਾ ਅਪਾਇੰਟ ਕਰਿਆ ਹੋਇਆ, ਸਿਵਲ ਸਰਜਨ ਗਿਆ ਮੋਹਾਲੀ ਦਾ,
ਉੱਥੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਏ ਤਾਂ ਵੀ ਉਹ ਇਹ ਜਿਹੜਾ ਨਸ਼ਿਆਂ ਦਾ ਜਿਹੜਾ ਨਸ਼ੇ ਛਡਾਉਣ ਦੇ ਕੇਂਦਰ ਦੇ ਨਾਂ ਦੇ ਉੱਤੇ ਸਭ ਨੇ ਬਣਾਏ ਹੋਏ ਨੇ ਮੁੜ ਵਸੇਬਾ ਕੇਂਦਰ ਛਡਾਉਂਦੇ ਨਸ਼ੇ ਨੇ। ਨਾ ਉਹਨਾਂ ਕੋਲ ਸਾਈਕੋਲੋਜਿਸਟ ਹੈ, ਨਾ ਉਹਨਾਂ ਕੋਲ ਸਾਈਕੈਟਰਿਸਟ ਹੈ, ਨਾ ਉਹਨਾਂ ਕੋਲ, ਇਹ ਸਾਰਾ ਕੁਝ ਚੱਲ ਰਿਹਾ ਬਾਕੀਆਂ 'ਚ ਵੀ। ਆਪਾਂ ਅੰਮ੍ਰਿਤਪਾਲ ਦੇ ਜੇ ਕੇਂਦਰ ਨੂੰ ਇਦਾਂ ਫੋਕਸ ਕਰਾਂਗੇ ਤਾਂ ਹੋਏਗਾ ਗਲਤ। ਪਰ ਜਿਹੜਾ ਅੰਮ੍ਰਿਤਪਾਲ ਨੇ ਕੇਂਦਰ ਚਲਾਇਆ ਸੀ, ਜੋ ਜਿੰਨੇ ਵੀ ਨਸ਼ੇ ਦੇ, ਉਹ ਇੱਕ ਮੁਹਿੰਮ ਤਾਂ ਚੰਗੀ ਸੀ, ਪਰ ਉਸ ਮੁਹਿੰਮ ਦੇ ਨਾਲ ਕੀ ਉੱਥੇ ਜਿੰਨਾ ਮਿਨੀਮਮ ਕੋਈ ਕਰਨਾ ਸੀ ਕਿ ਜਿਹੜੇ ਸੇਵਾਦਾਰ ਸੀ, ਜਿਵੇਂ ਇਹਨਾਂ ਨੇ ਵੀ ਦੱਸਿਆ, ਉਦੋਂ ਪਹਿਲਾਂ ਵੀ ਉੱਥੋਂ ਮੁੰਡੇ ਭੱਜ ਕੇ ਗਏ ਸੀ। ਉਹ 'ਚ ਕਿਸੇ ਨੂੰ ਇਹ ਵੀ ਲੱਗਦਾ ਸੀ ਸ਼ਾਇਦ ਪਲਾਂਟ ਹੋਣ, ਤੇ ਉਹ ਕੁੱਟਮਾਰ ਦੀ ਵੀ ਆਪਦੀ ਗੱਲ ਦੱਸਦੇ ਸੀ। ਤੁਸੀਂ ਸੁਣਿਆ ਹੋਊਗਾ ਉਦੋਂ ਤਾਂ ਅੰਮ੍ਰਿਤਪਾਲ ਦਾ ਭੱਜਣ ਨੱਠਣ ਵਾਲਾ ਕੰਮ ਨਹੀਂ ਨਾ ਹੋਇਆ ਸੀ ਅਜੇ। ਸ਼ੁਰੂ ਜਦ ਇਹ ਭੱਜ ਕੇ ਗਏ ਨੇ, ਉਦੋਂ ਬਾਅਦ ਇੱਕ ਕੇਂਦਰ ਦਾ ਦਿਖਾ ਰਹੇ ਸੀ, ਉੱਥੋਂ ਸਾਰੀ ਤੁਰ ਗਏ, ਫਿਰ ਕੁਝ ਪੁਲਿਸ ਨੇ ਭੇਜਤੇ। ਸੋ ਇਹ ਕਾਫੀ ਕੁਛ ਆਪਣਾ ਇਹ ਜਦ ਇਹਦੇ ਕੇਂਦਰ ਚੱਲ ਰਹੇ ਸੀ ਉਦੋਂ ਦਾ ਵੀ ਕਾਫੀ ਕੁਛ ਆਇਆ ਹੋਇਆ, ਪਰ ਅੱਜ ਨਹੀਂ ਆਇਆ ਹੋਇਆ। ਹੁਣ ਉਹਦੇ ਵਿੱਚ ਜਿਹੜੀ ਵੱਡੀ ਗੱਲ ਸੀ, ਉਹ ਦੇਖਣ ਦੀ ਇਹ ਲੋੜ ਸੀ ਵੀ ਜੋ ਸੱਚੀ ਮੁੱਚੀ ਨਸ਼ਾ ਛਡਾਊ ਦੇ ਉੱਤੇ ਇੰਨਾ ਜ਼ੋਰ ਲਾਉਣਾ ਸੀ, ਤਾਂ ਪਹਿਲਾਂ ਜਿਹੜੇ ਉੱਥੇ ਸੇਵਾਦਾਰ ਹੋਣੇ ਸੀ ਉਹਨਾਂ ਨੂੰ ਇੱਕ ਖਾਸ ਵਿਸ਼ੇਸ਼ ਕਿਸਮ ਦੀ ਟ੍ਰੇਨਿੰਗ ਦਿੱਤੀ ਜਾਣੀ ਸੀ ਵੀ ਆਪਾਂ ਇਹਨਾਂ ਨਾਲ ਹਿਊਮਨ ਰਿਲੇਸ਼ਨ ਰੱਖਣਾ ਹੈ, ਆਪਾਂ ਇਹਨਾਂ ਨੂੰ ਜੋ ਵੀ ਕਹਿਣਾ ਆਪਾਂ ਨੇ ਇਹਨਾਂ ਨੂੰ ਟੈਕਲ ਹੋਰ ਤਰੀਕੇ ਨਾਲ ਕਰਨਾ, ਐ ਨਹੀਂ ਕਰਨਾ ਜਿਵੇਂ ਆਪਾਂ ਫੜ ਕੇ ਬੰਨ ਦੋ, ਸੰਗਲ ਲਾ ਦੋ, ਉੱਠ ਦੋ, ਮਾਰ ਦੋ। ਇਹ ਜਿਹੜੀ ਆਊਗੀ ਗੱਲ, ਇਹ ਤਾਂ ਬਹੁਤ ਕਿਤੇ ਨਾ ਕਿਤੇ ਰੇਅਰ ਕੇਸ ਚ ਆਊਗੀ ਵੀ ਇਹਨੂੰ ਚੱਲ ਬੰਨ ਕੇ ਰੱਖੋ ਯਾਰ, ਮੂੰਹ ਤਾਂ ਇਹ ਠੀਕ ਨਹੀਂ ਆਉਂਦਾ ਹੈ। ਤੇ ਹਾਲਾਂਕਿ ਇਹ ਗੱਲਾਂ ਬੰਨ ਕੇ ਰੱਖਣੀਆਂ ਕੋਈ ਉਹ ਨਹੀਂ ਹੁੰਦਾ, ਪਰ ਇਹਦੇ ਤੌਰ ਤਰੀਕੇ ਫਿਰ ਵੀ ਉਹਨੂੰ ਕੰਟਰੋਲ ਕਰਨਾ ਕਿਸੇ ਰੋਡ ਤੋਂ, ਚਾਹੇ ਉਹਨੂੰ ਇੱਕ ਕਮਰੇ 'ਚ ਰੱਖ ਦੋ ਵੀ ਚੱਲ ਇੱਥੋਂ ਛੇਤੀ ਭੱਜੇ ਨਾ, ਹੋਰ ਨਾ ਹੋਵੇ। ਸੋ ਉਹਦੇ ਵਿੱਚ ਮੈਨੂੰ ਐਂ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹਦੀ ਇੱਛਾ ਅੱਛੀ ਹੋਣ ਦੇ ਬਾਵਜੂਦ, ਜਾਂ ਇਹ ਕਰੋ ਵੀ ਜਦ ਵੀ ਕੋਈ ਮੂਵਮੈਂਟ ਇਸ ਤਰ੍ਹਾਂ ਦੀ ਸ਼ੁਰੂ ਕਰੀ ਜਾਂਦੀ ਹੈ ਜਿਹਦੇ ਨਾਲ ਕਰਨਾ ਕੁਝ ਹੋਰ ਵੀ ਹੁੰਦਾ ਹੈ, ਤਾਂ ਉਹਦੇ 'ਚ ਕਈ ਵਾਰੀ ਇੱਕ ਸੁਧਾਰ ਦਾ ਮੈਂ ਕਹਾਂਗਾ ਪੱਖ ਜ਼ਰੂਰ ਜੋੜਿਆ ਜਾਂਦਾ ਹੈ, ਕਿਉਂਕਿ ਜੇ ਸੁਧਾਰ ਦਾ ਪੱਖ ਨਾ ਜੋੜਿਆ ਜਾਵੇ ਤਾਂ ਫਿਰ ਉਹ ਮੁਹਿੰਮ ਲੋਕਾਂ ਦੇ ਵਿੱਚ ਤਾਂ ਜੋ ਕਿ ਲੋਕ ਤੁਹਾਨੂੰ ਸਿਰਫ ਇੱਕੋ ਨਜ਼ਰ ਨਾਲ ਨਹੀਂ ਦੂਸਰੇ ਜਾਵੀਏ ਤੋਂ ਵੀ ਦੇਖਦੇ ਰਹਿਣ, ਨਾ ਦੂਸਰੇ ਜਾਵੀਏ ਤੋਂ ਸਪੋਰਟ ਕਰਦੇ ਰਹਿਣ, ਥੋੜੀ ਇਸ ਗੱਲ ਨੂੰ ਵੀ ਦੂਜੀ ਗੱਲ ਨੂੰ ਦੇਖਦੇ ਨਾ ਰਹਿਣ, ਉਹਦੇ ਚ ਸਪੋਰਟ ਕਰਨ ਵੀ। ਦੇਖੋ ਜੀ ਉਹ ਤਾਂ ਸੇਵਾ ਵੀ ਕਰਦੇ ਨੇ, ਜਿਵੇਂ ਹੁਣ ਪਹਿਲਾਂ 84 ਵੇਲੇ ਵੀ ਤੁਸੀਂ ਤਾਂ ਸ਼ਾਇਦ ਨਾ ਦੇਖਿਆ ਹੋਵੇ ਉਹ ਪੀਰੀਅਡ, ਜਾਂ ਬਹੁਤ ਬੱਚੇ ਹੋਵੋ ਤੁਸੀਂ, ਮੈਂ ਤਾਂ ਅੱਖੀਂ ਦੇਖਿਆ ਉਦੋਂ ਵੀ ਇਹ ਦਹੇਜ ਨਹੀਂ ਦੇਣਾ ਜੀ, ਕਿਸੇ ਦੇ ਦੋ ਝਗੜੇ ਹੋ ਗਏ ਉਹ ਫਟਾਫਟ ਜਾ ਕੇ ਨਿਪਟਾ ਦੇਣੇ ਵੀ ਕਰੋ ਫੈਸਲਾ, ਹੈ ਕਿਸੇ ਦੀ ਕੁੜੀ ਨੂੰ ਕੋਈ ਲੈ ਕੇ ਨਹੀਂ ਜਾ ਰਿਹਾ। ਇਹ ਸਾਰੇ ਗੱਲਾਂ, ਇਹ ਸੋਸ਼ਲ ਜਿਹੜਾ ਐਂਗਲ ਹੈ, ਇਹ ਹਮੇਸ਼ਾ ਹੀ ਜਿਹੜੀਆਂ ਇਹੋ ਜਿਹੀਆਂ ਮੂਵਮੈਂਟਸ ਹੁੰਦੀਆਂ ਨੇ ਉਹਨਾਂ 'ਚ ਹਮੇਸ਼ਾ ਹੀ ਰਹਿੰਦਾ ਹੈ, ਪਰ ਉਹਨੂੰ ਇੱਕ ਬੈਲੈਂਸ ਨਾਲ ਦੇਖਣਾ ਹੁੰਦਾ ਹੈ। ਬਿਲਕੁਲ ਠੀਕ ਹੈ। ਇਹ ਇੱਥੇ ਉਸ ਨੂੰ ਉਸ ਬੈਲੈਂਸ ਨਾਲ ਨਹੀਂ ਦੇਖਿਆ ਗਿਆ, ਔਰ ਨਾ ਦੇਖਣ ਕਰਕੇ ਨਤੀਜਾ ਇਹ ਨਿਕਲਿਆ ਬਈ ਚਲੋ ਅੰਮ੍ਰਿਤਪਾਲ ਦਾ ਤਾਂ ਫੜੋ ਫੜਾਈ 'ਚ 1 ਮਹੀਨਾ ਆਪਾਂ ਨੂੰ ਪਤਾ ਹੀ ਹੈ 40 ਦਿਨ ਜਿਹੜੇ ਰਿਹਾ। ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤਾਂ ਸਿੱਖ ਕੌਮ ਦੇ ਨੁਮਾਇੰਦਾ ਨੇ ਨਾ, ਸਭ ਤੋਂ ਵੱਡੀ ਹਸਤੀ ਨੇ, ਉਹਨਾਂ ਨੇ ਕਹਿਤਾ ਵੀ ਮੈਂ ਵੀ ਵਹੀਰ ਚਲਾਉਂ, ਮੈਂ ਵੀ ਨਸ਼ੇ ਛਡਾਉਂ, ਤੇ ਮੈਂ ਵੀ ਜਿਹੜਾ ਹੈ ਅੰਮ੍ਰਿਤ ਛਕਾਉਂ। ਉਹਨਾਂ ਨੂੰ ਪੁੱਛੋ ਵੀ ਤੁਸੀਂ ਪਹਿਲਾਂ ਅੰਮ੍ਰਿਤ ਨਹੀਂ ਛਕਾ ਰਹੇ? ਸਾਰੇ ਤਖਤ ਸਾਹਿਬਾਨ ਤੇ ਅੰਮ੍ਰਿਤ ਛਕਾਇਆ ਜਾਂਦਾ, ਹੋਰ ਬੜੀਆਂ ਸਮੁਦਾਇ ਛਕਾ ਰਹੀਆਂ ਨੇ, ਨਿਹੰਗ ਸਿੰਘ ਛਕਾ ਰਹੇ ਨੇ। ਪ੍ਰਚਾਰ ਕਮੇਟੀ ਬਤੌਰ ਪ੍ਰਚਾਰ ਦੇ ਲਈ ਚੱਲਦੀ ਹੈ, ਰੈਗੂਲਰਲੀ ਕਰਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਉਹਨੇ ਆਪਦੀ ਮੁਹਿੰਮ ਨੂੰ, ਆਪਾਂ ਕਹੀਏ ਜੋ ਮਰਜੀ, ਉਹਨੇ ਆਪਦੀ ਮੁਹਿੰਮ ਨੂੰ ਸਿੱਖ ਸਮੁਦਾਇ ਦੇ ਵਿੱਚ ਇੱਕ ਪ੍ਰਵਾਨਗੀ ਦਿਵਾ ਲਈ ਸੀ। ਹਾਲਾਂਕਿ ਉਹਦੇ ਸੈਂਕੜੇ ਪੱਖ ਨੇ, ਜਿਹੜੇ ਪੱਖ ਉਦੋਂ ਦੇਖਣ ਦੇ, ਅੱਜ ਤਾਂ ਆਪਾਂ ਦੇਖਾਂਗੇ, ਅੱਜ ਕਈ ਲੋਕ ਇਹ ਕਹਿਣਗੇ ਯਾਰ ਹੁਣ ਉਹ ਜੇਲ੍ਹ ਚਲਾ ਗਿਆ, ਹੁਣ ਉਹਦੀ ਖਿੱਦੋ ਦੇੜੀ ਜਾ ਰਹੇ ਨੇ, ਤੇ ਪਰ ਇਹ ਉਦੋਂ ਵੀ ਦੇਖਣ ਵਾਲੇ ਸੀ ਯਾਰ, ਉਦੋਂ ਵੀ ਕਈ ਲੋਕ ਇਸ ਗੱਲ ਤੇ ਗੱਲ ਕਰਦੇ ਰਹੇ ਨੇ, ਮੈਂ ਵੀ ਕਰੀ ਹੈ, ਹੋਰਾਂ ਨੇ ਵੀ ਕਰੀ ਹੈ, ਬਿਲਕੁਲ ਹੋਈ ਹੈ। ਇਹ ਨਸ਼ਾ ਛਡਾਊਆਂ ਦੀ, ਨਸ਼ਾ ਛਡਾਊ ਕੇਂਦਰ ਦੇ ਇਟਸੈਲਫ ਹੋਈ ਹੈ। ਸੋ ਇਸ ਕਰਕੇ ਇਹਦੇ ਨਸ਼ਾ ਐ ਨਹੀਂ ਛੱਡਿਆ ਜਾਂਦਾ ਜਿਵੇਂ ਆਪਾਂ ਕਹਿੰਦੇ ਆ, ਪਰ ਮੁਹਿੰਮਾਂ ਉਹਦੇ ਵਿੱਚ ਬੰਦੇ 'ਚ ਬਦਲਾਅ ਲਿਆਉਂਦੀਆਂ ਨੇ, ਤੇ ਉਹਦੀ ਹਰ ਤਰ੍ਹਾਂ ਦੀ ਫਿਰ ਰਿਆਲਟੀ। ਬਿਲਕੁਲ, ਵੈਸੇ ਤਾਂ ਗਰਗ ਸਾਹਿਬ ਨੇ ਸਾਰੀਆਂ ਗੱਲਾਂ ਨੂੰ ਕੋਟ ਕਰ ਹੀ ਲਿਆ, ਪਰ ਡਾਕਟਰ ਸਾਹਿਬ ਮਨੋਵਿਗਿਆਨ ਨਸ਼ਾ ਛਡਾਉਣ ਦੇ ਵਿੱਚ ਵਿਸ਼ੇਸ਼ ਤੌਰ ਤੇ ਕਿਵੇਂ ਕਾਰਗਰ ਸਿੱਧ ਹੁੰਦਾ, ਤੇ ਅੰਮ੍ਰਿਤਪਾਲ ਹੋਣਾ ਦਾ ਤੌਰ ਤਰੀਕਾ ਜਿਹੜਾ ਉਹਨਾਂ ਦੇ ਕੇਂਦਰਾਂ ਦਾ ਤੌਰ ਤਰੀਕਾ ਸੀਗਾ, ਕੀ ਤੁਹਾਡੇ ਇਹ ਸਿਸਟਮ ਦੇ ਨੇੜੇ ਤੇੜੇ ਕਿਤੇ ਢੁਕਦਾ, ਕਿਤੇ ਫਿੱਟ ਬੈਠਦਾ? ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਬੜਾ ਬਖੂਬੀ ਸਾਰਾ, ਨਸ਼ਾ ਛੁਡਾਉਣਾ ਇੱਕ ਕਿਰਿਆ ਬਹੁਤ ਲੰਬੀ, ਜਿਹਦੇ ਚ ਕਈ ਪੜਾਅ ਆਉਂਦੇ ਨੇ। ਪਹਿਲਾ ਪੜਾਅ ਤਾਂ ਇਹੀ, ਜੇ ਸਾਇੰਟੀਫਿਕਲੀ ਇੱਕ ਤਰਤੀਬਬੱਧ ਤਰੀਕੇ ਨਾਲ ਜੋ ਸਾਇੰਸ ਕਹਿੰਦੀ ਆ ਉਸ ਹਿਸਾਬ ਨਾਲ ਚੱਲੀਏ, ਤਾਂ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਉਹਦੀ ਤਿਆਰੀ ਕਿੰਨੀ ਹੈ ਬੰਦੇ ਦੀ ਜੋ ਛੱਡਣਾ ਚਾਹੁੰਦਾ, ਇਸ ਚੀਜ਼ ਨੂੰ ਆਪਾਂ ਸਵੈ ਇੱਛਾ। ਦੂਸਰੀ, ਇਸ ਸਭ ਤੋਂ ਪਹਿਲਾਂ ਤਾਂ ਉਹਦੀ ਇਵੈਲੂਏਸ਼ਨ ਹੀ ਕਰਦੇ ਆ ਆਪਾਂ, ਕਿ ਉਹ ਬੰਦਾ ਜਿਹੜਾ ਨਸ਼ਾ, ਟੈਕਨੀਕਲੀ ਮੈਂ ਸਟੈਪ ਦੱਸਦਾ, ਸਭ ਤੋਂ ਪਹਿਲਾਂ ਤਾਂ ਉਹਦੀ ਅਸੈਸਮੈਂਟ ਹੀ ਹੁੰਦੀ ਆ ਕਿ ਉਹ ਬੰਦੇ ਦੇ ਕੋਲ ਕਿੰਨੇ ਨੇ, ਉਹਦੀ ਮਨੋਵਿਗਿਆਨਿਕ ਸਥਿਤੀ ਕੀ ਆ, ਉਹਦੀ ਸਰੀਰਕ ਸਥਿਤੀ ਕੀ ਆ, ਉਹਦੀ ਆਰਥਿਕ ਸਥਿਤੀ ਕੀ ਆ।
ਇਹ ਸਾਰੀਆਂ ਸਥਿਤੀਆਂ, ਆਰਥਿਕ ਸਥਿਤੀ, ਮਨੋਸਥਿਤੀ, ਇਹ ਸਭ ਕਰਕੇ ਫਿਰ ਆਪਾਂ ਇੱਕ ਨਿਚੋੜ ਕੱਢਦੇ ਹਾਂ ਕਿ ਇਸ ਇੱਕ ਢੁਕਵਾਂ ਪਲਾਨ ਕਿਵੇਂ ਬਣਾਇਆ ਜਾਵੇ ਤਾਂ ਕਿ ਉਸ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਿਆ ਜਾਵੇ। ਤੇ ਸਭ ਫਿਰ ਦੂਸਰੇ ਜਗ੍ਹਾ ਤੇ ਆਪਾਂ ਕਰਦੇ ਹਾਂ ਉਹਨੂੰ ਦਵਾਈਆਂ ਨਾਲ ਕਹਿੰਦੇ ਨੇ ਡੀਟੌਕਸੀਫਿਕੇਸ਼ਨ, ਮਤਲਬ ਤੁਹਾਡੇ ਸਰੀਰ ਦੇ ਵਿੱਚ ਜੋ ਵੀ ਨਸ਼ੇ ਦੇ ਹਾਰਮਫੁਲ ਇਫੈਕਟ ਨੇ ਜਿਹਦੇ ਕਰਕੇ ਤੋੜ ਲੱਗਦੀ ਆ ਜਾਂ ਤੁਹਾਨੂੰ ਐਡਵਰਸ ਇਫੈਕਟ ਸਰੀਰ ਤੇ ਹੋਏ ਨੇ, ਉਸ ਅਸੀਂ ਨਾਲ ਕੁਝ ਦਿਨਾਂ ਲਈ ਡੀਟੌਕਸੀਫਿਕੇਸ਼ਨ ਕਰਦੇ ਹਾਂ, ਜਿਹੜਾ ਕਿ 5 ਤੋਂ ਲੈ ਕੇ 7-8 ਦਿਨਾਂ ਦਾ ਪ੍ਰੋਸੈਸ ਆ। ਡੀਟੌਕਸੀਫਿਕੇਸ਼ਨ ਜਦੋਂ ਹੋ ਜਾਂਦੀ ਆ ਫਿਰ ਉਹ ਇੱਕ ਤੌਰ ਤੇ ਸਰੀਰਕ ਤੌਰ ਤੇ, ਸਿਰਫ ਸਰੀਰਕ ਤੌਰ ਤੇ ਨਸ਼ੇ ਤੋਂ ਬਾਹਰ ਆਉਂਦਾ, ਵੀ ਉਹਨੂੰ ਤੋੜ ਲੱਗਣੀ ਹਟ ਜਾਂਦੀ ਆ। ਫਿਰ ਆਉਂਦਾ ਉਹਦਾ ਪੁਨਰਵਾਸ ਦਾ, ਮੁੜ ਵਸੇਬੇ ਦਾ ਕੰਮ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਰੀਹੈਬਿਲਿਟੇਸ਼ਨ, ਮੁੜ ਵਸੇਬਾ, ਇਹ ਸਾਰੇ ਲੈਵਲਾਂ ਤੇ ਹੋਊਗਾ, ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ। ਬਹੁਤ ਵਾਰੀ ਸਾਈਕੋਲੋਜੀਕਲ ਇਸ਼ੂਜ਼ ਨੇ, ਕਾਰਨ ਨੇ, ਟੈਨਸ਼ਨਾਂ, ਫਿਕਰ, ਡਿਪਰੈਸ਼ਨ, ਸਤਾਵੇ, ਕੋਈ ਗਿਲਟ, ਕੋਈ ਅੰਦਰੋਂ ਦੁੱਖ, ਕੋਈ ਆਉਣ ਵਾਲੇ ਸਮੇਂ ਦੀ ਚਿੰਤਾ, ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਆਪਾਂ ਉਸ ਤੇ ਉਹਦੀ ਕਾਉਂਸਲਿੰਗ, ਥੈਰੇਪੀ, ਉਹਦੇ ਨਾਲ ਗੱਲਬਾਤ ਕਰਕੇ ਉਸ ਚੀਜ਼ ਨੂੰ ਵੀ ਕੱਢਦੇ ਹਾਂ। ਫਿਰ ਉਹਦਾ ਰੀਲੈਪਸ ਪ੍ਰੀਵੈਂਸ਼ਨ, ਤੀਜਾ ਫੇਜ਼ ਆ ਜਾਂਦਾ ਕਿ ਰਿਲੈਪਸ ਪ੍ਰੀਵੈਂਸ਼ਨ, ਕਿ ਉਹ ਕੁਝ ਲੰਬੇ ਸਮੇਂ ਲਈ ਹੁਣ ਨਸ਼ੇ ਨਹੀਂ ਲੈ ਰਿਹਾ ਤਾਂ ਦੁਬਾਰਾ ਇਹੋ ਜਿਹੇ ਕੀ ਉਹਦੇ ਨਸ਼ੇ ਨੂੰ ਲੈਣ ਵਾਲੇ ਵਿਵਹਾਰ ਨੇ ਜਿਹਦੇ ਕਰਕੇ ਉਹ ਦੁਬਾਰਾ ਨਸ਼ੇ 'ਚ ਜਾਊਗਾ, ਕੀ ਹੈ ਜੋ ਉਹਦੇ ਸਮਾਜ ਦੇ ਵਿੱਚ, ਕੀ ਇਹੋ ਜਿਹੇ ਪਰਿਵਾਰ ਦੇ ਵਿੱਚ, ਕੀ ਉਹਦੇ ਆਪਣੇ ਸੁਭਾਅ ਦੇ ਕਾਰਨ ਨੇ ਜਿਹੜੇ ਉਹਨੂੰ ਦੁਬਾਰਾ ਨਸ਼ੇ 'ਚ ਲਾ ਸਕਦੇ ਨੇ। ਚੀਜ਼ਾਂ ਨੂੰ ਇਵੈਲੂਏਟ ਕਰਕੇ ਫਿਰ ਉਸ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ। ਆਖਰੀ ਕਾਰਨ ਹੁੰਦਾ ਕਿ ਉਹਨੂੰ ਪ੍ਰੋਫੈਸ਼ਨਲੀ ਸੈਟਲ ਕਰਨ ਐਫਰਟ ਕਰੇ ਜਾਂਦੇ ਨੇ ਕਿ ਅਗਰ ਉਹ ਹੁਣ ਠੀਕ ਹੋ ਗਿਆ, ਪਹਿਲਾਂ ਉਹ ਨਿਕੰਮਾ ਮੰਨਿਆ ਜਾਂਦਾ ਸੀ, ਹੁਣ ਉਸ ਦੀ ਨਿਕੰਮੇ ਵਾਲੀ ਪਹਿਚਾਣ ਹਟਾ ਕੇ ਉਸ ਨੂੰ ਸਵੀਕਾਰ ਕੀਤਾ ਜਾਵੇ, ਔਰ ਸਵੀਕਾਰ ਕਰਕੇ ਉਸ ਨੂੰ ਕਿੱਤਾ ਮੁਖੀ ਕੰਮ ਟ੍ਰੇਨਿੰਗ, ਅਗਰ ਉਹਨੂੰ ਜੇ ਨੌਕਰੀ ਨਹੀਂ ਵੀ ਮਿਲਦੀ ਕੋਈ ਤਾਂ ਉਹ ਖੁਦ ਕੋਈ ਇਹੋ ਜਿਹਾ ਕੰਮ ਕਰ ਸਕੇ ਤਾਂ ਕਿ ਜਿਹੜੇ ਦੁਬਾਰਾ ਨਸ਼ੇ ਦੇ ਕਾਰਨ ਨੇ ਉਹ ਵੀ ਠੀਕ ਹੋ ਜਾਣ। ਇਸ ਦੇ ਵਿੱਚ ਪਰਿਵਾਰ ਦਾ ਵੀ ਬਹੁਤ ਰੋਲ ਆ, ਜਿਹਨੂੰ ਪਰਿਵਾਰ ਨੂੰ ਬੁਲਾ ਕੇ ਉਹਨਾਂ ਨਾਲ ਵੀ ਅਸੀਂ ਕਾਉਂਸਲਿੰਗ, ਟ੍ਰੇਨਿੰਗ, ਫੈਮਿਲੀ ਦੀ ਕਾਉਂਸਲਿੰਗ, ਫੈਮਿਲੀ ਦੀ ਟ੍ਰੇਨਿੰਗ ਵੀ ਕਰਦੇ ਹਾਂ ਕਿ ਤੁਸੀਂ ਇਹਦੇ ਤੇ ਵਿਸ਼ਵਾਸ ਸ਼ੁਰੂ ਕਰਨਾ, ਕਿਵੇਂ ਇਸ ਨੂੰ ਹੁਣ ਠੀਕ ਹੋਏ ਨੂੰ ਸਵੀਕਾਰ ਕਰਨਾ ਤਾਂ ਕਿ ਇਹ ਕਿਸੇ ਵੀ ਕਾਰੋਬਾਰ ਦਾ ਨਸ਼ਾ ਨਾ ਕਰੇ। ਤੋ ਇਸ ਕਰਕੇ ਇਹ ਇੱਕ ਪੂਰੀ ਕਿਰਿਆ ਹੈਗੀ ਹੈ ਜਿਹਦੇ ਕਰਕੇ ਇਸ ਤੇ ਜੇ ਧਿਆਨ ਦੇਵਾਂਗੇ ਨਸ਼ੇ ਚੋਂ ਨਿਕਲਿਆ ਜਾ ਸਕਦਾ। ਸਿਰਫ ਕੱਲੀ 2 ਗੋਲੀਆਂ ਦਵਾ ਕੇ ਸਿਰਫ ਇੱਕ ਪ੍ਰਭਾਵਸ਼ਾਲੀ ਉਹ ਕੁਝ ਦਿਨਾਂ ਲਈ ਪ੍ਰਭਾਵਿਤ ਤਾਂ ਹੋ ਸਕਦਾ, ਪਰਮਾਨੈਂਟ ਰਿਜ਼ਲਟ ਤਾਂ ਹੀ ਆ ਸਕਦੇ ਨੇ ਜੇ ਸਾਰੇ ਪੱਖਾਂ ਦੇ ਧਿਆਨ ਦੇਵਾਂਗੇ। ਬਿਲਕੁਲ ਡਾਕਟਰ ਸਾਹਿਬ, ਮੈਂ ਇੱਕ ਗੱਲ ਇੱਥੇ ਜ਼ਰੂਰ ਗਰਗ ਸਾਹਿਬ ਤੋਂ ਜਾਣਨੀ ਚਾਹੂੰਗਾ। ਅਸੀਂ ਸਾਰੇ ਪੱਖ ਚਲੋ ਇਹਦੇ ਵਿੱਚ ਡਿਸਕਸ ਕਰਾਂਗੇ, ਪਰ ਇਹ ਗੱਲ ਹੈ ਵੀ ਠੀਕ ਹੈ ਇਹ ਸਾਰਾ ਕੁਝ ਸਿਸਟਮ ਖੁੱਲ੍ਹ ਗਿਆ, ਇਹ ਪਿਕਚਰ ਜਿਹੜਾ ਸ਼ੋਅ ਫਲॉप ਹੋ ਗਿਆ, ਉਸ ਤਰੀਕੇ ਨਾਲ ਪ੍ਰਵਾਨ ਨਹੀਂ ਚੜਿਆ ਜਿਸ ਕਸੌਟੀ ਤੇ ਇਹਨੂੰ ਚੜਾਉਣਾ ਚਾਹੁੰਦੇ ਸੀ। ਹੁਣ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ, ਜਿਸ ਤਰੀਕੇ ਦੀਆਂ ਉਹ ਦਰਦ ਦੀਆਂ ਗੋਲੀਆਂ ਦੇਣੀਆਂ, ਸਾਰਾ ਕੁਝ ਕਰਨਾ, ਜੇ ਇਹ ਲੰਬਾ ਚਿਰ ਚੱਲਦਾ ਰਹਿੰਦਾ ਕਿਹੋ ਜਿਹੇ ਨੁਕਸਾਨ ਹੋਰ ਝੱਲਣੇ ਪੈ ਸਕਦੇ ਸੀ? ਦੇਖੋ, ਮੈਂ ਇਸ ਨੂੰ ਨਾ ਵੈਸੇ ਇਸ ਤਰ੍ਹਾਂ ਨਹੀਂ ਲੈਂਦਾ, ਫਰੈਂਕਲੀ ਸਪੀਕਿੰਗ। ਡਾਕਟਰ ਸਾਹਿਬ ਨੇ ਬੜੇ ਸੋਹਣੇ ਤਰੀਕੇ, ਮੈਂ ਇਹ ਨਸ਼ਾ ਛੁਡਾਊ ਕੇਂਦਰ ਮੈਂ ਇੰਚਾਰਜ ਰਿਹਾ। ਅੱਛਾ, ਮੈਂ ਡਾਇਰੈਕਟਰ ਸੀਗਾ। ਅਸੀਂ ਜੇਲ੍ਹਾਂ ਦੇ ਵਿੱਚ ਨਸ਼ਾ ਛੁਡਾਉਣ ਵਾਸਤੇ ਪੂਰੀਆਂ 36 ਜੇਲ੍ਹਾਂ ਨੇ, ਬਾਕੀ ਮਤਲਬ ਕੇਂਦਰੀ ਜੇਲ੍ਹਾਂ ਨੂੰ ਰਲਾ ਕੇ ਅਸੀਂ ਉੱਥੇ ਬੈਠਕਾਂ ਬਣਵਾਈਆਂ। ਇਹ ਸਾਰਾ ਹੈਗਾ ਵਿਅਕਤੀਗਤ ਤਰੀਕਾ ਜੀ। ਤੇ ਹਰ ਜੇਲ੍ਹ ਦੇ ਵਿੱਚ ਜਾ ਕੇ ਅਸੀਂ ਵਿਜ਼ਿਟ ਕਰਕੇ ਆਏ ਵੀ ਉਹ ਕਿਵੇਂ ਉਸ ਨੂੰ ਨਸ਼ਾ ਛੁਡਾਊ ਦਾ ਉਹ ਸਾਰਾ ਪ੍ਰਬੰਧ ਕਰਦੇ ਨੇ। ਉਹਨਾਂ ਪੂਰਾ ਦਿਨ ਸਾਡੇ ਨਾਲ ਲਾਇਆ, ਰੀਹੈਬਿਲਿਟੇਸ਼ਨ, ਪ੍ਰੋਫੈਸ਼ਨਲ ਰੀਹੈਬਿਲਿਟੇਸ਼ਨ, ਸਾਈਕੋਲੋਜੀਕਲ, ਇਹ ਸਾਰਾ ਕੁਝ ਮੈਂ ਆਪਣੇ ਜੀਵਨ 'ਚ ਕਰਿਆ ਹੋਇਆ। ਉਹ ਮੈਂ ਹਵਾ 'ਚੋਂ ਗੱਲਾਂ ਨਹੀਂ ਕਰ ਰਿਹਾ। ਤੇ ਕਈ ਵਾਰ ਬੰਦੇ ਨੂੰ ਇਹ ਲੱਗਦਾ ਹੁੰਦਾ ਨਾ ਵੀ ਇਹਨੇ ਕਿਹੜਾ ਕੁਝ ਕਰਿਆ, ਇਹਨੂੰ ਤਾਂ ਪਤਾ ਕੁਝ ਕੱਖ ਨਹੀਂ ਹੋਣਾ। ਹਾਲਾਂਕਿ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਹੁੰਦਾ, ਪਰ ਇਹਦੀ 'ਚੋਂ ਮੈਂ ਲੰਘਿਆ ਹੋਇਆ ਸਾਰੇ ਕਾਸੇ 'ਚੋਂ, ਔਰ ਇਹਦੇ 'ਚੋਂ ਮੈਂ ਐਜ਼ ਏ ਸਟੂਡੈਂਟ ਲਾਈਫ 'ਚ ਵੀ ਲੰਘਿਆ ਹੋਇਆ। ਕਿਉਂਕਿ ਉਦੋਂ ਇਹ ਨਸ਼ਾ ਛਡਾਉਣਾ ਜਿਹੜਾ ਹੈ ਉਹ ਆਮ ਡਾਕਟਰਾਂ ਦਾ ਕੰਮ ਹੀ ਸੀ। ਉਦੋਂ ਤਾਂ ਸਾਈਕੈਟ੍ਰਿਸਟ ਮਾਨਸਿਕ ਰੋਗਾਂ ਵਾਸਤੇ ਨਹੀਂ ਮਿਲਦੇ ਸੀ। ਚਲੋ ਵਟ ਐਵਰ ਇਟ ਇਜ਼। ਹੁਣ ਸਵਾਲ ਇਹ ਹੈ ਵੀ ਇਹਦੇ ਜਿਹੜੇ ਅਸੀਂ ਇਹਦੇ ਕੱਢੇ ਦੇਖਾਂਗੇ, ਜੇ ਤਾਂ ਅਸੀਂ ਇਹਨੂੰ ਤੋੜ ਕੇ ਦੇਖਾਂਗੇ ਉਹ ਸਾਰੀ ਮੂਵਮੈਂਟ ਨਾਲ, ਤਾਂ ਅਸੀਂ ਨਾ ਲੋਕਾਂ ਨਾਲ ਇਨਸਾਫ ਕਰ ਰਹੇ ਹੋਵਾਂਗੇ, ਨਾ ਉਸ ਮੂਵਮੈਂਟ ਨਾਲ ਕਰ ਰਹੇ ਹੋਵਾਂਗੇ, ਨਾ ਉਹਦਾ ਛੇਤੀ ਵਿਸ਼ਲੇਸ਼ਣ ਸਹੀ ਕਰ ਰਹੇ। ਵਾਹ, ਬਹੁਤ ਸੋਹਣੀ ਗੱਲ, ਬਹੁਤ ਸੋਹਣੀ। ਉਹਦੇ ਨਾਲ ਜੋੜ ਕੇ ਮੇਰੀ ਬੇਨਤੀ ਸੁਣ ਲਓ ਜੀ, ਮੈਂ ਅੱਗੇ ਗੱਲ ਕਰਦਾ। ਉਹਦੇ ਨਾਲ ਜਦ ਅਸੀਂ ਜੋੜ ਕੇ ਦੇਖਦੇ ਹਾਂ, ਪਹਿਲੀ ਗੱਲ ਜਦ ਵਿਅਕਤੀ ਦਾ ਇਲਾਜ ਕਰਨਾ ਹੈ, ਜੋ ਡਾਕਟਰ ਸਾਹਿਬ ਨੇ ਕਿਹਾ ਇਦਾਂ ਹੀ ਅਸੈਸਮੈਂਟ ਹੁੰਦੀ ਹੈ, ਪਰ ਜਦ ਤੁਸੀਂ ਸਮਾਜ ਦਾ ਇਲਾਜ ਕਰਨਾ ਉਦੋਂ ਇਹ ਸਾਰੇ ਟੂਲ ਫੇਲ ਹੋ ਜਾਂਦੇ। ਚੀਨ ਦੇ ਵਿੱਚ ਨਸ਼ਾ ਛਡਾਇਆ ਗਿਆ, ਪੂਰੀ ਫੀਮ ਖਤਮ ਕਰਨ ਦੀ ਮੁਹਿੰਮ ਚੱਲੀ, ਉਹਨੂੰ ਪੜ੍ਹ ਲਿਓ, ਤੁਹਾਨੂੰ ਪਤਾ ਲੱਗ ਜੂ ਵੀ ਕਿਹਦੀ ਹੋਈ।
ਮੁਹਿੰਮਾਂ ਕੀ ਕਰਦੀਆਂ ਨੇ ਜੀ ਜਿਹੜਾ ਅਸੀਂ ਕਹਿੰਦੇ ਆ ਨਾ ਵੀ ਉਹਦਾ ਉਹ ਸੋਸਾਇਟੀ ਦਾ ਡਿਟਰਮੀਨੇਸ਼ਨ ਹੋਗਾ ਤਾਂ ਘਰਦਿਆਂ ਹੋ ਜਾਂਦਾ ਹੈ। ਆ ਕਰੋਨਾ ਚ ਆਪਾਂ ਦੇਖੀ ਆ ਡਰਾ ਇਹਨਾਂ ਦਿੱਤਾ ਸੀ, ਘਰ ਦੇ ਬੰਦੇ ਨੂੰ ਪੁੱਛਣੋਂ ਹਟ ਗਏ ਸੀ। ਬਿਲਕੁਲ ਸਾਈਕੋਲੋਜੀਕਲੀ ਸੋਸ਼ਲ ਮੂਵਮੈਂਟ ਜਿਹੜੀ ਆ ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਕਿਸਾਨ ਅੰਦੋਲਨ ਦੇ ਵਿੱਚ ਤੁਸੀਂ 380 ਦਿਨ ਉੱਥੇ ਰਿਹਾ, ਤੁਹਾਡੇ ਕੋਲ ਕਿੰਨੀਆਂ ਕੁ ਰਿਪੋਰਟਾਂ, ਤੁਸੀਂ ਪੱਤਰਕਾਰ ਤਾਂ ਬਹੁਤ ਤੁਹਾਡੀ ਬਾਜ-ਅੱਖ ਹੁੰਦੀ ਹੈ, ਪਰ ਤੁਹਾਡੀ ਸੂਚਨਾ ਵੀ ਬਹੁਤ ਚੰਗੀ ਹੁੰਦੀ ਹੈ ਔਰ ਬੜੇ ਤੁਹਾਡੇ ਕੋਲ ਸਾਧਨ ਵੀ ਹੁੰਦੇ ਨੇ। ਹੋਏ ਤੁਸੀਂ ਕਿੰਨੇ ਕੁ ਉੱਥੇ ਨਸ਼ੇ ਨਾਲ ਡਿੱਗੇ ਪਏ ਜਾਂ ਨਸ਼ੇ ਨਾਲ ਮਰੇ ਦੇਖੇ? ਤੁਹਾਡੇ ਖਿਆਲ 'ਚ ਉੱਥੇ ਨਸ਼ੇ ਕਰਨ ਵਾਲਾ ਗਿਆ ਹੀ ਨਹੀਂ ਸੀ। ਅਗਲੀ ਗੱਲ, ਕਿੰਨੇ ਕੁ ਉੱਥੇ ਨਸ਼ੇ ਵੇਚਦੇ ਦੇ ਫੜੇ ਗਏ? ਕਿੰਨੇ ਕੁ ਉੱਥੇ ਰੇਪ ਕਰਦੇ ਫੜੇ ਗਏ? ਕਿੰਨੇ ਕੁ ਉੱਥੇ ਕਰੋਨਾ ਨਾਲ ਮਰੇ? ਕਰੋਨਾ ਨਾਲ ਇੰਨੀਆਂ ਮੌਤਾਂ ਪੰਜਾਬ 'ਚ ਹੋਈਆਂ ਨੇ, ਜੇ ਉੱਥੇ ਹੁੰਦੀਆਂ ਸਰਕਾਰ ਤਾਂ ਉਹਨਾਂ ਦੇ ਬੜੀ ਉਲਟ ਸੀ। ਉਹ ਤਾਂ ਇੱਕ ਕਰੋਨਾ ਦੇ ਉੱਤੇ ਹੀ, ਉਹਨਾਂ ਤਾਂ ਬਲਕਿ ਜਦ ਹੋ ਨਹੀਂ ਰਹੀਆਂ ਸੀ ਕਹਿਣ ਲੱਗੇ ਸੀ ਇਹਨਾਂ ਦਾ ਟੈਸਟ ਕਰਾਂਗੇ। ਉਹ ਮੈਂ ਕਿਸੇ ਵੀਡੀਓ 'ਚ ਕਹਿਤਾ ਵੀ ਟੈਸਟ ਕਿਉਂ ਕਰਾਉਣਾ, ਤਾਂ ਝੂਠੇ ਪੋਜ਼ਿਟਿਵ ਕੱਢੀ ਜਾਣਗੇ ਕਿਉਂਕਿ ਇਹਨਾਂ ਨੂੰ ਖੁਦੇ ਇਹਨੇ ਧੋਂਦੇ ਨੇ ਕਰੋਨਾ ਦਾ ਨਾਂ ਲੈ ਕੇ। ਉਹ ਫਿਰ ਕਿਸਾਨ ਲੀਡਰਸ਼ਿਪ ਨੇ ਕਿਤੇ ਸੁਣ ਲਈ, ਉਹਨੇ ਕਿਹਾ ਅਸੀਂ ਨਹੀਂ ਕਰਾਉਂਦੇ, ਅਸੀਂ ਤਾਂ ਆਪੇ ਕਰਾਂਗੇ। ਕਹਿਣ ਦਾ ਮੇਰਾ ਮਤਲਬ ਇਹ ਹੈ, ਫਿਰ ਦੁਬਾਰਾ ਅਸੀਂ, ਕਿਉਂਕਿ ਜੇ ਅਸੀਂ ਅੰਮ੍ਰਿਤਪਾਲ ਦੇ ਕੱਲੇ ਫਿਨੋਮੀਨਨ ਨੂੰ ਲੈ ਕੇ ਲਵਾਂਗੇ ਤਾਂ ਅਸੀਂ ਇਹ ਚੋਂ ਸੋਸ਼ਲ ਮੂਵਮੈਂਟ ਕੱਢ ਦਾਂਗੇ। ਪੰਜਾਬ ਸਰਕਾਰ ਨੇ ਜਿੰਨੇ ਨਸ਼ਾ ਛਡਾਊ ਕੇਂਦਰ ਖੋਲ੍ਹੇ ਹੋਏ ਨੇ, ਤਕਰੀਬਨ ਹੁਣ 180 ਕੇ 90 ਇਹਨਾਂ ਦੇ ਹੈਗੇ ਨੇ, ਊਟ ਕੇਂਦਰ ਕਹਿੰਦੇ ਨੇ ਉਹਨਾਂ ਨੂੰ ਜੀ, ਤੇ ਉਹਦੇ ਵਿੱਚ ਸਾਲ ਤੋਂ ਬੁਪਰੀਨੋਰਫਿਨ ਦੇ ਰਹੇ ਨੇ ਜੀ। ਸਾਲ ਤਾਂ ਡੀਟੌਕਸੀਫਿਕੇਸ਼ਨ ਨਹੀਂ ਹੋਣੀ ਚਾਹੀਦੀ। ਇਹਦਾ ਮਤਲਬ ਇੱਕ ਦੀ ਵਜ੍ਹਾ ਦੂਜਾ, ਔਰ ਉੱਥੇ ਡਾਂਗਾਂ ਚੱਲਦੀਆਂ ਨੇ, ਆ ਬਰਨਾਲੇ ਕੁੱਟਿਆ ਲੋਕਾਂ ਨੂੰ, ਤਰਨਤਾਰਨ ਚ ਕੁੱਟਿਆ, ਬੜਾ ਬੁਰਾ ਹਾਲ ਹੁੰਦਾ ਹੈ। ਸੋ ਇਹ ਆਪਾਂ ਨਸ਼ਾ ਨੂੰ ਇਸ ਤਰ੍ਹਾਂ ਨਾ ਲਈਏ। ਅੰਮ੍ਰਿਤਪਾਲ ਨੇ ਇੱਕ ਮੁਹਿੰਮ ਚਲਾਈ ਸੀ ਆਪਦੀ ਮੁਹਿੰਮ ਵਾਸਤੇ, ਪਰ ਉਹਦੇ ਵਿੱਚ ਜਿਹੜਾ ਉਹਨੇ ਉਹਨਾਂ ਕੁ ਵੀ ਜਿਹੜਾ ਪ੍ਰਬੰਧ ਕਰਨਾ ਸੀ, ਮੈਂ ਇਹਦੀ ਟੈਕਨੀਕਲਿਟੀ 'ਚ ਬਿਲਕੁਲ ਨਹੀਂ ਜਾਣ ਨੂੰ ਤਿਆਰ, ਕਿਉਂਕਿ ਜੇ ਕੋਈ ਸ਼ਰਾਬ ਪੀਂਦਾ ਹੈ, ਜੇ ਉਸਨੂੰ ਸ਼ਰਾਬ ਨਾ ਵੀ ਦਿੱਤੀ ਜਾਵੇ, ਉਹਨੂੰ ਦਵਾਈ ਨਾ ਵੀ ਦਿੱਤੀ ਜਾਵੇ, ਉਹਨੂੰ ਮਾੜਾ ਮੋਟਾ ਦਰਦ ਨਿਵਾਰਕ ਵੀ ਠੀਕ ਕਰ ਸਕਦਾ ਹੈ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਮੈਂ ਇਹ ਕੰਮ ਕਰੇ ਨੇ। ਇਹ ਵੱਡੀਆਂ ਟੈਕਨੀਕਲਿਟੀ 'ਚ ਜਾਣ ਦੀ ਲੋੜ ਨਹੀਂ ਹੈ, ਪਰ ਉਹਨੇ ਉਹਦੇ ਵਾਸਤੇ ਜਿਹੜੇ ਸੋਸ਼ਲ ਪ੍ਰਬੰਧ ਚਾਹੀਦੇ ਸੀ ਉਸ ਵਕਤ ਦੇ, ਉਹ ਨਹੀਂ ਕਰੇ। ਉਹ ਸੋਚ ਰਹੇ ਸੀ ਵੀ ਭਾਵੇਂ ਉੱਥੇ ਖੁੱਲਾ ਬਾੜਾ, ਕੋਈ ਚੱਕਰ ਨਹੀਂ ਹੈ, ਚਾਰ ਦੀਵਾਰੀ ਹੋਈ ਹੈ ਜੀ, ਤੇ ਉੱਥੇ ਭੁੰਜੀ ਪੈਣਾ ਪੈਂਦਾ ਉਹਨਾਂ, ਕੋਈ ਗੱਲ ਨਹੀਂ, ਰੋਟੀ ਉਹਨਾਂ ਨੂੰ ਮਿਲਦੀ ਹੈ, ਸਭ ਹੈ ਲੰਗਰ 'ਚ ਇਨਵੋਲਵ ਕਰ ਰਿਹਾ, ਸਾਰੇ ਪਾਸੇ ਉਹਨਾਂ ਨੂੰ ਸ਼ਾਮਲ ਕਰਕੇ ਉਹਨਾਂ 'ਚ ਇੱਕ ਮੁਹਿੰਮ ਬਣਾਉਣੀ ਸੀ ਜਿਹ 'ਚ ਉਹਨਾਂ ਦਾ, ਕਿਉਂਕਿ ਉਹਨਾਂ ਦਾ ਡਿਟਰਮੀਨੇਸ਼ਨ ਹੋਣਾ ਸੀ। ਉਹ ਜਿਹੜੇ ਸੇਵਾਦਾਰ ਸੀ, ਸੇਵਾਦਾਰ ਇਸ ਵਾਸਤੇ ਹੁੰਦੇ ਨੇ ਉਹਨੂੰ ਰੈਗੂਲੇਟ ਕਰਨ ਵਾਸਤੇ, ਸੇਵਾਦਾਰਾਂ ਨੂੰ ਇੱਕ ਸਪੈਸੀਫਿਕ ਟ੍ਰੇਨਿੰਗ ਦੇਣੀ ਸੀ। ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਘਾਟ ਸੀ। ਦੂਜੀ ਗੱਲ, ਉਹ ਸੇਵਾਦਾਰ ਹੀ ਆਪਸ ਵਿੱਚ, ਜਿਵੇਂ ਮੁੰਡੇ ਨੇ ਵੀ ਦੱਸਿਆ ਤੇ ਹੁਣ ਵੀ ਅਸੀਂ ਦੇਖਦਾ, ਉਹਨਾਂ ਦਾ ਆਪਸ ਵਿੱਚ ਜੈਲਸੀ ਸੀ, ਇੱਕ ਦੂਜੇ ਨਾਲ ਸਾੜਾ ਸੀ। ਜਦ ਤੁਸੀਂ ਇੱਕ ਦੂਜੇ ਥੋੜਾ, ਫਿਰ ਤੁਹਾਡੀ ਮੁਹਿੰਮ ਸੋਸ਼ਲ ਕਿੱਥੋਂ ਰਹੇਗੀ ਜਦ ਇੱਕ ਦੂਜੇ ਨਾਲ ਸਾੜਾ ਹੈ, ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਗੱਲ ਹੈ, ਭਾਈ ਅੰਮ੍ਰਿਤਪਾਲ ਦੇ ਨੇੜੇ ਜਾਣ ਦੀ ਗੱਲ ਹੈ। ਜੇ ਭਾਈ ਅੰਮ੍ਰਿਤਪਾਲ ਉੱਥੇ ਜਿਵੇਂ ਕਹਿ ਵੀ ਰਿਹਾ ਵੀ ਉਦੋਂ ਤਾਂ ਕੁਝ ਨਹੀਂ ਕਹਿੰਦੇ ਸੀ, ਬਾਅਦ ਚ ਕੁੱਟਦੇ ਮਾਰਦੇ ਸੀ, ਜੋ ਵੀ ਕਰਦੇ ਸੀ। ਸੋ ਇਹਦਾ ਮਤਲਬ ਇਹ ਹੈ ਵੀ ਭਾਈ ਅੰਮ੍ਰਿਤਪਾਲ ਦਾ ਡਰ ਹੈ, ਅਦਰਵਾਈਜ਼ ਉਹ ਮੁਹਿੰਮ ਨਹੀਂ ਹੈ। ਬਿਲਕੁਲ ਮੁਹਿੰਮ ਦੇ ਵਿੱਚ ਭਾਈ ਅੰਮ੍ਰਿਤਪਾਲ ਦਾ ਹੋਣਾ ਜਾਂ ਨਾ ਹੋਣਾ, ਤੁਸੀਂ ਮੈਨੂੰ ਇਹ ਦੱਸੋ, ਚਮਕੌਰ ਦੀ ਗੜੀ ਚੋਂ ਗੁਰੂ ਸਾਹਿਬ ਚਲੇ ਗਏ, ਫਿਰ ਜਿਹੜੇ ਬਾਕੀ ਪੰਜ ਸਿੰਘ ਰਹੇ ਸੀ ਉਹ ਲੜੇ ਨਹੀਂ। ਸੋ ਆਪਾਂ ਇਹ ਗੱਲ ਨੂੰ ਐ ਸਮਝੀਏ ਵੀ ਜ਼ਰੂਰੀ ਨਹੀਂ ਹੁੰਦਾ ਵੀ ਜਰਨੈਲ ਉੱਥੇ ਹੋਵੇ। ਸਵਾਲ ਇਹ ਵੀ ਜੇ ਤੁਹਾਡੀ ਫੌਜ ਟ੍ਰੇਨਡ ਹੈ ਉਸ ਕੰਮ ਵਾਸਤੇ, ਉਹ ਉਹੀ ਕੰਮ ਕਰਦੀ ਹੈ, ਉਸੇ ਤਰ੍ਹਾਂ ਕੰਮ ਕਰਦੀ ਹੈ। ਤੇ ਇਸ ਕਰਕੇ ਉਹਦੀ ਜਿਹੜੀ ਤਿਆਰੀ ਸੀ, ਕਿਉਂਕਿ ਉਹ ਕਾਹਲੀ ਸੀ, ਇੱਕ ਉਹ ਕਾਹਲੀ ਦੇ ਵਿੱਚ ਪਤਾ ਨਹੀਂ ਮਤਲਬ ਉਹਦੇ ਜਿਹੜੇ ਆਪਾਂ ਹੁਣ ਤਾਂ ਕੋਈ ਇਰਾਦੇ ਸਭ ਕੁਝ ਸਭ ਦੇ ਸਾਹਮਣੇ ਆ। ਹੁਣ ਤੱਕ ਤਾਂ ਲੋਕ ਇੱਥੇ ਤੱਕ ਵੀ ਆ ਗਏ ਵੀ ਫਿਰ ਇਹ ਲੁਕਿਆ ਕਿਉਂ ਸੀਗਾ, ਦੂਜਿਆਂ ਦੇ ਤਾਂ ਹੱਡ ਕਟਵਾ ਕੇ ਕਈਆਂ ਨੇ ਇਹ ਵੀ ਕਿਹਾ। ਹਾਂ ਬਿਲਕੁਲ, ਉਹ ਸੈਪਰੇਟ ਵੱਖਰੇ ਇਸ਼ੂ ਨੇ। ਪਰ ਇੱਕ ਗੱਲ ਮੰਨਣ ਵਾਲੀ ਹੈ ਵੀ ਉਹਨੇ ਦੋ ਜਿਹੜੇ ਲਏ ਸੀ ਕਿ ਜੀ ਮੈਂ ਨਸ਼ੇ ਛਡਾਊਂਗਾ ਤੇ ਮੈਂ ਅੰਮ੍ਰਿਤ ਛਕਾਊਂਗਾ, ਉਹ ਕੋਈ ਐ ਨਹੀਂ ਸੀ ਵੀ ਸੱਚੀ ਮੁੱਚੀ ਕੋਈ ਅੰਮ੍ਰਿਤ ਦੇ ਨਾਲ ਬੱਚਿਆਂ ਨੇ ਜਿਹੜੀਆਂ ਹੈਗੀਆਂ ਆਦਤਾਂ ਸਿੱਖ ਬਣ ਜਾਣਗੇ ਉਹ। ਬਲਕਿ ਇੱਥੇ ਆ ਪਰਸੋਂ ਚੌਥੇ ਇੱਕ ਸੈਮੀਨਾਰ ਸੀ ਬਹੁਤ ਵੱਡਾ ਗੁਰਦੁਆਰੇ ਦੇ ਵਿੱਚ, ਇੱਕ ਸੰਸਥਾ ਨੇ ਕਰਿਆ ਸੀ ਜਿਹ 'ਚ ਪੰਜਾਬ ਦੀ ਸਾਰੀ ਗਲੈਕਸੀ ਆਈ ਹੋਈ ਸੀ। ਰਿਟਾਇਰਡ DGP ਉੱਥੇ ਨੇ, ਕਰਨਲ ਜਨਰਲ ਉੱਥੇ ਨੇ, ਉੱਥੇ ਚੀਫ ਸੈਕਟਰੀ ਨੇ, ਉੱਥੇ ਵੱਡੇ ਪੱਤਰਕਾਰ ਨੇ, ਉੱਥੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਵਾਈਸ ਚਾਂਸਲਰ ਨੇ। ਉਹਦੇ ਵਿੱਚ ਸਿੱਖੀ ਦੀ ਤਾਂ ਗਲਤ ਹੁੰਦੀ ਰਹੀ ਵੀ ਸਿੱਖੀ ਕਿਵੇਂ ਅੱਗੇ ਵਧੇ, ਸਿੱਖੀ ਕਿਵੇਂ, ਇੱਕ ਨੇ ਵੀ ਸਿੱਖ ਫਲਸਫੇ ਦੀ ਗੱਲ ਨਹੀਂ ਕਰੀ। ਮੈਂ ਕਿਹਾ ਸਿੱਖ ਫਲਸਫੇ ਤੋਂ ਬਗੈਰ ਸਿੱਖੀ ਕੀ ਹੈ? ਸਿੱਖੀ ਕੀ ਹੈ? ਬਿਲਕੁਲ ਠੀਕ ਹੈ, ਕੋਈ ਸਰੂਪ ਤਾਂ ਹੈ ਨਹੀਂ। ਸੋ ਇਸ ਕਰਕੇ ਭਾਈ ਅੰਮ੍ਰਿਤਪਾਲ ਦੀ ਜਿਹੜੀ ਲਹਿਰ ਸੀ ਉਹਦੇ 'ਚ ਵੱਡਾ ਡਿਫੈਕਟ ਇਹ ਸੀ ਕਿ ਸਿੱਖੀ ਤਾਂ ਉਹਦੇ 'ਚ ਸਿੱਖੀਅਤ ਤਾਂ ਗੱਲ ਨਹੀਂ ਸੀ, ਉਹਦਾ ਸਿੱਖੀ ਸਰੂਪ ਦੀ ਗੱਲ ਸੀਗੀ। ਸੋ ਸਿੱਖੀ ਸਰੂਪ ਦੇ ਨਾਲ ਤੁਸੀਂ ਕਿਸੇ ਨੂੰ ਥੋੜੀ ਦੇਰ ਤੱਕ ਕਰ ਸਕਦੇ ਹੋ। ਉਹ ਜਿਹੜੀ ਸਿੱਖੀ ਫਲਸਫਾ ਹੈ, ਸਿੱਖੀ ਦਾ ਫਲਸਫਾ ਹੈ, ਉਹ ਬੰਦੇ ਨੂੰ ਮੂਵ ਕਰਦਾ ਹੈ। ਜਿਹੜਾ ਮੈਂ ਕਿਸਾਨ ਅੰਦੋਲਨ ਦੀ ਉਦਾਹਰਨ ਦਿੱਤੀ ਹੈ, ਉਹਦੇ 'ਚੋਂ ਸੰਗਤ ਤੇ ਪੰਗਤ ਦਾ ਫਲਸਫਾ ਚੱਲ ਰਿਹਾ ਸੀ। ਉਸ ਫਲਸਫੇ ਨੇ ਲੋਕਾਂ ਨੂੰ ਮੋਟੀਵੇਟ ਕਰਿਆ। ਉੱਥੇ ਵੀ ਲੋਕ ਤਾਂ ਸਧਾਰਨ ਹੀ ਸੀਗੇ, ਪਿੰਡਾਂ 'ਚ ਵੀ ਗਏ ਸੀਗੇ, ਇੱਕ ਦੂਜੇ ਨਾਲ ਲੜਨ ਵਾਲੀ ਸੀਗੇ, ਜਥੇਬੰਦੀਆਂ ਦੀ ਵੀ ਆਪਸ ਵਿੱਚ ਨਹੀਂ ਬਣਦੀ ਸੀ। ਸੋ ਮੁਹਿੰਮਾਂ ਬਹੁਤ ਕੁਝ ਕਰਦੀਆਂ ਨੇ, ਪਰ ਇਹ ਮੁਹਿੰਮ ਜਿਹੜੀ ਸੀ, ਕਿਉਂਕਿ ਮੁਹਿੰਮ ਦਾ ਉਦੇਸ਼ ਜਿਹੜਾ ਸੀ
ਉਹ ਨਸ਼ੇ ਛਡਾਉਣਾ ਜਾਂ ਉਹਨੂੰ ਅੰਮ੍ਰਿਤ ਪ੍ਰਚਾਰ ਕਰਨਾ ਮੈਨੂੰ ਲੱਗਦਾ ਮੁੱਖ ਉਦੇਸ਼ ਉਹ ਨਹੀਂ ਸੀ ਜੀ। ਜੇ ਉਹ ਮੁੱਖ ਉਦੇਸ਼ ਹੁੰਦਾ ਤਾਂ ਉਹਦੀ ਉਸ ਤਰੀਕੇ ਦੀ, ਇਹ ਤਾਂ ਨਹੀਂ ਮੈਂ ਕਹਿੰਦਾ ਜਿਹੜੀ ਡਾਕਟਰ ਸਾਹਿਬ ਤਿਆਰੀ ਕਹਿੰਦੇ ਨੇ ਉਹੀ ਤਿਆਰੀ ਤਾਂ ਕਦੇ ਹੋਣੀ ਨਹੀਂ। ਨਾ ਮਨ ਤੇਲ ਹੋਗਾ ਨਾ ਰਾਧਾ ਨੱਚੇਗੀ, ਐਦਾਂ ਕਦੇ ਨਸ਼ੇ ਖਤਮ ਹੀ ਨਹੀਂ ਹੋਣੇ ਪੰਜਾਬ 'ਚ। ਜੇ ਤੁਸੀਂ ਜਿੰਨੇ ਨਸ਼ੇੜੀ ਨੇ ਉਹਨਾਂ ਦਾ ਕਦੇ ਦਾ ਉਹਦਾ ਸੋਸ਼ਲ ਬੈਕਗਰਾਉਂਡ, ਇਕਨੋਮਿਕ ਬੈਕਗਰਾਉਂਡ, ਉਹਦੇ ਪ੍ਰੋਫੈਸ਼ਨਲ ਬੈਕਗਰਾਉਂਡ, ਉਹਦੀ ਫੈਮਿਲੀ ਬੈਕਗਰਾਉਂਡ, ਉਹਦੇ ਗੁਆਂਢੀਆਂ ਦਾ, ਉਹਨੂੰ ਨਸ਼ਾ ਕਿੱਥੋਂ ਮਿਲਦਾ ਹੈ, ਇਹਦੇ ਨਾਲ ਨਹੀਂ ਹੱਲ ਹੋਣਾ। 28,000 ਬੰਦਾ ਜਿਹਨਾਂ 'ਚ ਪਤਾ ਸੀ ਤਾਂ ਵੀ ਨਸ਼ਾ ਨਹੀਂ ਬੰਦ ਹੋਇਆ। ਜਾਇਦਾਦ ਕਬਜ਼ਾ ਕਰਨ ਦਾ ਕਾਨੂੰਨ ਬਣਾਤਾ, ਫਿਰ ਵੀ ਨਸ਼ਾ ਨਹੀਂ ਬੰਦ ਹੋਇਆ। ਇਹ ਸਾਨੂੰ ਭੁਲੇਖਾ ਨਹੀਂ ਰੱਖਣਾ ਚਾਹੀਦਾ। ਇਹ ਤਾਂ ਕਹਿੰਦੇ ਡੰਡਾ ਪੀਰ ਹੈ ਬਿਗੜਿਆਂ ਤਿਗੜਿਆਂ ਦਾ। ਪਰ ਇਹ ਮੁਹਿੰਮ ਜੇ ਉਸ ਤਰੀਕੇ ਦੀ ਹੁੰਦੀ ਤਾਂ ਇਹ ਮੁਹਿੰਮ ਦਾ ਕਰੈਕਟਰ ਹੋਰ ਹੋਣਾ ਸੀ, ਇਹਦਾ ਖਾਸਾ ਹੋਰ ਹੋਣਾ ਸੀ। ਹੁਣ ਇਹ ਖਾਸਾ ਕਿਉਂਕਿ ਇਹਦੇ ਨੀਚੇ ਕੋਈ ਖਾਸ ਕਿਸਮ ਦੀ ਪੋਲਿਟਿਕਸ ਸੀ, ਖਾਸ ਕਿਸਮ ਦੀ ਸਿਆਸਤ ਸੀ। ਉਹ ਸਿਆਸਤ ਸਾਡੇ ਸਾਹਮਣੇ ਵੀ ਆ ਰਹੀ ਹੈ। ਉਹ ਸਿਆਸਤ ਸੀ ਵੀ ਹਰਿਆਣੇ 'ਚ ਤਾਂ ਕਬਜ਼ਾ ਹੋ ਗਿਆ ਗੁਰਦੁਆਰਿਆਂ 'ਚ, ਦਿੱਲੀ 'ਚ ਵੀ ਹੋ ਗਿਆ, ਤੇ ਵੀ ਇੱਥੇ ਵੀ ਕੋਈ ਕਬਜ਼ਾ ਹੋ ਜੇ, ਇੱਥੇ ਕੋਈ ਮੁਤਬਾਦਲ ਜਥੇਦਾਰ ਬਣ ਜਾਣ, ਇੱਥੇ ਕੋਈ ਮੁਤਬਾਦਲ ਸਿਸਟਮ ਬਣ ਜੇ ਸ਼੍ਰੋਮਣੀ ਕਮੇਟੀ ਦਾ। ਉਹਦੇ ਵਿੱਚ ਸਿੱਖ ਮਾਸਟਰਸ ਨੂੰ ਨਾਲ ਲੈਣਾ ਜ਼ਰੂਰੀ ਹੈ। ਜੇ ਸਿੱਖ ਮਾਸਟਰਸ ਨੂੰ ਨਾਲ ਲੈਣਾ ਹੈ ਤਾਂ ਕੋਈ ਨਾ ਕੋਈ ਇਹੋ ਜਿਹਾ ਵੀ ਤਰੀਕਾ ਰੱਖਣਾ ਪਏਗਾ। ਪਰ ਇੱਕ ਗੱਲ ਇਹਦੇ 'ਚ ਪੋਜ਼ਿਟਿਵ ਹੋਈ, ਲੋਕਾਂ ਨੇ ਜਿਨ੍ਹਾਂ ਨੇ ਇਹ ਵੀ ਕਿਹਾ ਵੀ ਠੀਕ ਹੈ ਨਸ਼ੇ ਨਾਲ, ਹਰੇਕ ਨੇ ਜਿਨ੍ਹਾਂ ਨੇ ਇੰਟਰਵਿਊ ਦਿੱਤੀਆਂ ਨੇ, ਜਿਹੜੇ ਨਸ਼ਾ ਛਡਾਉਣ ਦੀ ਮੁਹਿੰਮ ਦੇ ਨਾਲ ਆਪ ਜੁੜੇ ਹੋਏ ਸੀ, ਆਪ ਨਸ਼ੇੜੀ ਨਹੀਂ ਸੀਗੇ, ਔਰ ਪਹਿਲਾਂ ਵੀ ਉਹਨਾਂ ਨੇ ਦਿੱਤੀਆਂ, ਪਹਿਲਾਂ ਵੀ ਛੱਡ ਕੇ ਚਲੇ ਗਏ ਸੀ ਕਈ। ਇਹ ਦੇਖੋ ਜੀ ਅਸੀਂ ਉਹਦੇ ਨਸ਼ਾ ਛਡਾਉਣ ਤੱਕ ਤਾਂ ਉਹਦੇ ਨਾਲ ਠੀਕ ਸੀਗੇ, ਅੰਮ੍ਰਿਤ ਛਕਾਉਣ ਨਾਲ ਤਾਂ ਸੀਗੇ, ਪਰ ਅਸੀਂ ਬਾਕੀ ਗੱਲਾਂ ਨਾਲ ਫਿਰ ਸਾਨੂੰ ਮਤਭੇਦ ਹੋਇਆ, ਫਿਰ ਅਸੀਂ ਛੱਡ ਕੇ ਆ ਗਏ। ਔਰ ਬੜੇ ਬੜੇ ਖਾੜਕੂ ਜਿਨ੍ਹਾਂ ਨੇ 84 ਵੇਲੇ ਬਹੁਤ ਕੁਝ ਕਰਿਆ, ਉਹਨਾਂ ਨੇ ਬੜੇ ਬੜੇ ਸਿੱਖ ਵਿਦਵਾਨ। ਮੈਂ ਇੱਕ ਗੱਲ ਕਹਾਂਗਾ ਤੁਹਾਨੂੰ, ਜਿਹੜੀ ਗੱਲ ਸਾਡਾ ਜਿਹੜਾ ਭਾਰਤ ਹੈ ਉਹ ਨਹੀਂ ਦੇਖ ਰਿਹਾ, ਆ 2 ਮਾਰਚ ਕਿੰਨੇ ਹਿੰਦੂਆਂ ਨੇ ਉਹਨੂੰ ਕੰਡੈਮ ਕਰਿਆ। ਆ ਲੜਕੀ ਉੱਥੇ ਗਈ, ਡਿਟਰਮੀਨੇਸ਼ਨ ਨਾਲ ਦੁਬਾਰਾ ਜਾਂਦੀ ਹੈ, ਵੀਡੀਓ ਬਣਾਉਂਦੀ ਹੈ, ਉਹਨੂੰ ਸੇਵਾਦਾਰ ਨੂੰ ਕਹਿੰਦੀ ਆ ਵੀ ਬਕਵਾਸ ਨਾ ਮਾਰ, ਇਹ ਭਾਰਤ ਨਹੀਂ ਹੈ, ਇਹ ਐਡੀ ਕੁ ਲੜਕੀ ਆਈ ਜਿਹੀਆਂ ਗੱਲਾਂ ਨਹੀਂ ਕਰੇਗੀ, ਇਹ 'ਚ ਕੋਈ ਵੀ ਨਹੀਂ ਕਰੇਗਾ। ਤੇ ਪਰ ਉਹ ਤਾਂ ਘੁਮਾਤੀ, ਸਾਰੇ 4 ਸਾਰੇ ਸ਼ਹੀਦ ਹੋ ਗਏ ਸਿੱਖ ਜੀ, ਉਹਨਾਂ ਤੇ ਕਿਸੇ ਨੇ ਨਹੀਂ ਗੱਲ ਕਰੀ। ਏਦਾਂ ਹੀ ਜਿਹੜੇ ਆ ਮੁਹੰਮਦਨ ਮਾਰੇ ਸੀ ਉਹਦੇ ਤੇ ਕਿੰਨੇ ਹਿੰਦੂ ਬੋਲੇ ਨੇ, ਕੋਈ ਨਹੀਂ ਬੋਲਿਆ। ਜੇ ਇਹਨੂੰ ਐ ਲੈਣਾ ਹੋਵੇ, ਮੈਂ ਕਹਾਂਗਾ ਸਿੱਖ ਮਾਸਟਰ 'ਚ ਅੱਜ ਵੀ ਉਹ ਜਿਹੜਾ ਸੈਕੂਲਰਿਜ਼ਮ ਜਿਹੜੀ ਉਹ ਸਿੱਖੀ ਦੀ ਭਾਵਨਾ ਹੈ, ਉਹ ਉਹਨਾਂ ਨੂੰ ਕਹਿੰਦੇ ਵੀ ਨਹੀਂ ਯਾਰ ਜ਼ੁਲਮ ਤਾਂ ਮਾੜੀ ਗੱਲ ਹੈ। ਚਾਹੇ ਉਹਨਾਂ ਨੇ ਖੁਦ ਵੀ ਕਦੇ ਨਾ ਕਦੇ ਉਹਦੇ ਸ਼ਾਮਲ ਰਹੇ ਹੋਣਾ, ਬੜੇ ਬੜੇ ਡਾਕੂ ਵੀ ਚੰਗੇ ਬੰਦੇ ਬਣ ਜਾਂਦੇ ਹੁੰਦੇ ਨੇ। ਸੋ ਸਿੱਖੀ ਬੰਦੇ ਨੂੰ ਚੰਗਾ ਇਨਸਾਨ ਬਣਾਉਂਦੀ ਹੈ, ਚੰਗਾ ਉਹ ਹੈਰਾਨ ਨਹੀਂ ਬਣਾਉਂਦੀ। ਹੁਣ ਭਾਈ ਅੰਮ੍ਰਿਤਪਾਲ ਨੇ ਤਾਂ ਇਹ ਕਹਿੰਦੇ ਨਸ਼ਿਆਂ ਦੀ ਮੁਹਿੰਮ ਤਾਂ ਇੱਥੇ ਫੇਰ ਹੋ ਗਈ, ਜਦ ਕਹਿੰਦਾ ਜਿਹੜਾ ਸਾਡੇ ਨਾਲ ਹੈ ਉਹਦੇ ਅਸੀਂ ਨਾਲ ਖੜਾਂਗੇ, ਜਿਹੜਾ ਸਾਡੇ ਉਲਟਾ ਸੀ ਉਹਦੇ ਉਲਟ ਬੋਲਾਂਗੇ, ਇੱਥੇ ਫੇਰ ਹੋ ਗਈ। ਇਹਦਾ ਮਤਲਬ ਜਿਹੜਾ ਨਸ਼ਾ ਛੱਡਣ ਵਾਸਤੇ ਤੁਹਾਡੇ ਕੋਲ ਆ ਗਿਆ ਉਹ ਤੁਹਾਡੇ ਨਾਲ ਹੈ, ਉਹਦੇ ਨਾਲ ਤੁਸੀਂ ਖੜੋਗੇ। ਜਿਹੜਾ ਦੂਜਾ ਭਾਵੇਂ ਤੁਹਾਡੇ ਨਾਲ ਨਹੀਂ ਪਰ ਸੜਕ ਤੇ ਉਹ ਗਿਰਿਆ ਪਿਆ ਨਸ਼ੇ ਨਾਲ, ਉਹਨੂੰ ਨਹੀਂ ਤੁਸੀਂ ਕੁਝ ਕਰੋਗੇ ਕਿਉਂਕਿ ਤੁਹਾਡੇ ਨਾਲ ਨਹੀਂ ਹੈ। ਏਦਾਂ ਹੀ ਜਿਹੜਾ ਉੱਥੇ ਨਸ਼ਾ ਛਡਾਓ ਕੇਂਦਰ 'ਚ ਤੁਹਾਡੇ ਦਵਾਈ ਦੇਣ ਆਉਂਦਾ ਹੈ, ਤੁਹਾਡੇ ਲੰਗਰ ਦੇਣ ਵਾਲਾ ਹੈ, ਉਹ ਚਾਹੇ ਜੋ ਮਰਜ਼ੀ ਕਰੇ, ਚਾਹੇ ਉਹ ਦਵਾਈਆਂ ਦੇ ਪੈਸੇ ਵੱਧ ਲੈ ਲੇ, ਗਲਤ ਦਵਾਈ ਦੇ ਦੇ, ਉਹ ਤੁਹਾਡੇ ਨਾਲ ਹੈ। ਇਸ ਕਰਕੇ ਤੁਸੀਂ ਉਹਦੀ ਮਦਦ ਕਰੋਗੇ, ਕਾਨੂੰਨ ਟੁੱਟੇ ਜੋ ਮਰਜ਼ੀ ਹੋਵੇ। ਪਰ ਦੂਜਾ ਬੰਦਾ ਜੇ ਜਮਾਂ ਹੀ ਠੀਕ ਤਰੀਕੇ ਨਾਲ ਵੀ ਕੰਮ ਕਰਦਾ ਹੋਵੇ, ਉਹਦੇ ਨਾਲ ਸਿਆਤੀ ਹੋਣ ਲੱਗ ਜੇ, ਫਿਰ ਉਹਨੂੰ ਤੁਸੀਂ ਨਹੀਂ ਕਹੋਗੇ। ਤਾਂ ਇਹ ਜਿਹੜਾ ਤੌਰ ਤਰੀਕਾ ਹੈ, ਸਿੱਖੀ ਦਾ ਤੌਰ ਤਰੀਕਾ ਹੈ ਹੀ ਨਹੀਂ। ਸਿੱਖੀ 'ਚ ਨਾ ਕੋ ਵੈਰੀ ਨਾ ਹੈ ਬਗਾਨਾ ਵਾਲਾ ਹੈ। ਤੇ ਇਹ ਜਿਹੜੇ ਨਸ਼ਾ ਛਡਾਊ ਕੇਂਦਰ ਸੀ, ਇਹਨਾਂ 'ਚ ਵੀ ਕਿਤੇ ਨਾ ਕਿਤੇ ਦੂਜੀ ਗੱਲ ਇੱਕ ਹੋਰ ਦਾ ਉਹਨਾਂ ਨੇ ਧਿਆਨ ਨਹੀਂ ਰੱਖਿਆ, ਜਿਹੜਾ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਸ਼ਾਇਦ ਤੁਸੀਂ ਚੈਨਲ ਤੇ ਗੱਲ ਨੂੰ ਪਸੰਦ ਵੀ ਨਾ ਕਰੋ, ਪਰ ਹੁਣ ਮੈਂ ਤਾਂ ਮੂੰਹ ਫਟਾਉਂਦਾ, ਮੈਨੂੰ ਤਾਂ ਇਹ ਗੱਲ ਕਹੇ ਬਿਨਾਂ ਸਰਦਾ ਜੋ ਮੂੰਹ ਚਾਹੁੰਦੀ ਹੈ। ਉਹ ਇਹ ਵੀ ਹੈ ਕਿ ਏਜੰਸੀਆਂ ਦੀ ਵੀ ਉੱਥੇ ਨਜ਼ਰ ਸੀ ਕਿ ਉਹਨੂੰ ਕਿਵੇਂ ਕੰਟਰੋਲ 'ਚ ਕਰਕੇ ਰੱਖਣਾ ਹੈ। ਇੱਕ ਲੈਵਲ ਤੋਂ ਵੱਧ ਉੱਥੇ ਬੰਦੇ ਨਸ਼ਾ ਛਡਾਉਣ ਦੇ ਨਾਂ ਤੇ ਹੋਰ ਵੀ ਆ ਸਕਦੇ ਨੇ, ਤੇ ਜਿਹੜੇ ਇੱਕ ਲੈਵਲ ਤੇ ਜਾ ਕੇ ਏਜੰਸੀ ਕਹੇ ਹੁਣ ਬਾਹਰ ਨਿਕਲ ਕੇ ਤੂੰ ਕਹੇ ਵੀ ਇਹ ਮਾੜਾ ਕੰਮ ਕਰਦਾ, ਕਿਉਂਕਿ ਉਹਨੂੰ ਭਾਈ ਅੰਮ੍ਰਿਤਪਾਲ ਨੂੰ ਕੰਟਰੋਲ ਇੱਕ ਲੈਵਲ ਤੱਕ ਰਹਿਣਾ ਜ਼ਰੂਰੀ ਸੀ, ਉਹਦਾ ਉਦੋਂ ਅੱਗੇ ਨਹੀਂ ਜਾਣ ਦੇਣਾ। ਇਸ ਕਰਕੇ ਉਹਦੇ 'ਚ ਬਹੁਤ ਫੈਕਟਰ ਸੀਗੇ, ਉਹਨਾਂ ਦਾ ਵੀ ਇਹਨਾਂ ਨੇ ਕੋਈ ਬਹੁਤਾ ਧਿਆਨ ਨਹੀਂ ਰੱਖਿਆ। ਤੋ ਜਿਹੜੇ ਨਸ਼ਾ ਛਡਾਓ ਕੇਂਦਰ ਸੀ, ਜੇ ਜ਼ਿਆਦਾ ਖੁੱਲੇ ਹੁੰਦੇ, ਆਈ ਜਾਣ ਏਜੰਸੀਆਂ ਜਿਹੜੀਆਂ ਆਉਣੀਆਂ ਨੇ, ਜਿਹਨੇ ਕੋਈ ਕਰਨਾ ਕਰ ਲੈ, ਜਿਹੜਾ ਕੋਈ ਉੱਥੇ ਕੋਈ ਬੰਬ ਨਹੀਂ ਮਾਰ ਸਕਦਾ ਸੀ ਵੀਰੇ ਉਹਨੇ ਖੁੱਲੇ 'ਚ, ਇਹ ਮੈਂ ਤੁਹਾਨੂੰ ਅੱਜ ਵੀ ਦੱਸ ਦਿੰਦਾ, ਉੱਥੇ ਕੋਈ ਗੰਦ ਨਹੀਂ ਪਾ ਸਕਦਾ ਸੀ, ਪਰ ਉਹ ਖੁੱਲਾ ਇੰਨਾ ਹੁੰਦਾ ਕਿ ਉਹ ਸੱਚੀ ਮੁੱਚੀ ਸੰਗਤ ਹੁੰਦਾ, ਉਹ ਸੱਚੀ ਮੁੱਚੀ ਸੰਗਤ ਦਾ ਰੂਪ ਨਹੀਂ ਬਣਿਆ। ਮੈਂ ਇਹਨੂੰ ਟੈਕਨੀਕਲਿਟੀ 'ਚ ਨਹੀਂ ਜਾਂਦਾ, ਮੈਂ ਅੱਜ ਵੀ ਕਹਿਣ ਨੂੰ ਤਿਆਰ ਹਾਂ, ਤੁਸੀਂ ਐਂ ਕਰੋ, ਡਾਕਟਰ ਸਾਹਿਬ ਬੈਠੇ ਨੇ, ਇਹਨਾਂ ਨੇ ਸਾਰਾ ਦੱਸਿਆ, ਮੈਂ ਸਹਿਮਤ ਹਾਂ। ਜੇ ਵਿਅਕਤੀਗਤ ਮੈਂ ਨਸ਼ਾ ਛਡਾਓ ਕੇਂਦਰ ਇਹੀ ਕਰਾਂਗਾ, ਪਰ ਮੈਂ ਤਾਂ ਵਿਅਕਤੀਗਤ ਚਲਾਉਣਾ ਹੀ ਨਹੀਂ, ਮੈਂ ਤਾਂ ਸਮਾਜ ਦਾ ਨਸ਼ਾ ਛਡਾਉਣਾ ਹੈ। ਮੈਂ ਤੁਹਾਨੂੰ ਅੱਜ ਗਾਰੰਟੀ ਦਿੰਦਾ, ਤੁਸੀਂ 1000 ਬੰਦਾ ਦਿਓ ਮੈਨੂੰ ਜਿਹੜਾ ਪੱਕਾ ਨਸ਼ੇੜੀ ਹੈ, ਜੇ ਕੱਲੀ ਪੈਰਾਸੀਟਾਮੋਲ ਨਾਲ ਉਹਦਾ ਨਸ਼ਾ ਨਾ ਛਡਾਤਾ ਤਾਂ ਮੈਨੂੰ ਕਹਿ ਦਿਓ ਕਿਆ ਬਾਤ, ਇਹ ਨਹੀਂ ਹੈ। ਸੋ ਨਸ਼ਾ ਛਡਾਉਣ ਵਾਸਤੇ ਜਿਹੜੀ ਅੰਮ੍ਰਿਤਪਾਲ ਨੇ ਕੋਈ ਡਾਕਟਰੀ ਤੌਰ ਤੇ ਨਸ਼ਾ ਛਡਾਉਣ ਦਾ ਦਾਅਵਾ ਹੀ ਨਹੀਂ ਕਰਿਆ, ਪਰ ਜਿਹੜਾ ਸਮਾਜਿਕ ਤੌਰ ਤੇ ਦਾਅਵਾ ਕਰਿਆ ਸੀ
ਜਿਹੜਾ ਸਿੱਖੀ ਦੇ ਤੌਰ ਤੇ ਦਾਅਵਾ ਕਰਿਆ ਸੀ, ਜਿਹੜਾ ਉਹਨੇ ਫਲਸਫੇ ਦੇ ਤੌਰ ਤੇ ਦਾਅਵਾ ਕਰਿਆ ਸੀ ਨਸ਼ਾ ਛਡਾਉਣ ਦਾ, ਉਹ ਦਾਅਵਾ ਪੂਰਾ ਨਹੀਂ ਕਰ ਸਕਿਆ ਕਿਉਂਕਿ ਉਹਦੀ ਤਿਆਰੀ ਨਹੀਂ ਕਰੀ। ਜਿਹੜੀ ਤਿਆਰੀ ਡਾਕਟਰ ਸਾਹਿਬ ਕਹਿੰਦੇ ਨੇ ਉਹਦੀ ਬਿਲਕੁਲ ਲੋੜ ਨਹੀਂ ਸੀ, ਪਰ ਜਿਹੜੀ ਸਿੱਖੀ ਵਾਸਤੇ ਤਿਆਰੀ ਦੀ ਲੋੜ ਸੀ, ਉਸ ਨਸ਼ੇ ਨੂੰ ਛਡਾਉਣ ਵਾਸਤੇ ਜਿਹੜੀ ਸਮਾਜ ਦੇ ਉੱਤੇ ਤਿਆਰੀ ਦੀ ਲੋੜ ਸੀ, ਜਿਹੜੀ ਉੱਥੇ ਦੇ ਅੰਦਰਲੇ ਪ੍ਰਬੰਧ ਦੇ ਵਾਸਤੇ ਤਿਆਰੀ ਦੀ ਲੋੜ ਸੀ, ਉਹ ਬਿਲਕੁਲ ਨਹੀਂ ਹੋਈ। ਬਿਲਕੁਲ ਬਿਲਕੁਲ ਉਹ ਨਾ ਹੋਣ ਕਰਕੇ ਇਹ ਸਾਰਾ ਕੁਝ ਆਇਆ। ਤਰਲੋਚਨ ਜੀ, ਮੇਰੇ ਸਾਰੇ ਸਵਾਲ ਜਿਹੜੇ ਹਲੇ ਮੈਂ ਪੁੱਛਣੇ ਸੀ ਡਾਕਟਰ ਸਾਹਿਬ ਨੇ ਮੇਰੇ ਬਿਨਾਂ ਪੁੱਛੇ ਜਵਾਬ ਦੇ ਦਿੱਤੇ ਆ। ਮੈਨੂੰ ਲੱਗਦਾ ਇਹਦੇ ਵਿੱਚ ਕੁਝ ਕਹਿਣ ਨੂੰ ਤੇ ਪੁੱਛਣ ਨੂੰ ਬਚਦਾ ਹੀ ਨਹੀਂ ਹੈ, ਪਰ ਫਿਰ ਵੀ ਅਖੀਰ ਦੇ ਵਿੱਚ ਮੈਂ ਤੁਹਾਡਾ ਜ਼ਰੂਰ ਤਰਕ ਲੈਣਾ ਚਾਹੂੰਗਾ। ਕੋਈ ਗੱਲ ਐਡ ਕਰਨੀ ਚਾਹੁੰਦੇ ਜੀ? ਬਿਲਕੁਲ ਵਧੀਆ ਡਾਕਟਰ ਦੱਸਿਆ, ਨੋ ਡਾਊਟ ਉਹਨਾਂ ਦਾ ਤਜਰਬਾ, ਉਹ ਤਜਰਬੇ ਦੇ ਹਿਸਾਬ ਨਾਲ ਦੇਖਿਆ। ਦੇਖੋ, ਜਿੱਥੋਂ ਮੇਰੀ ਗੱਲ ਆ ਮਨੋਵਿਗਿਆਨ ਦੇ ਹਿਸਾਬ ਨਾਲ, ਮਨੋਵਿਗਿਆਨਿਕ ਗੱਲ ਇਹ ਕਹਿੰਦਾ ਕਿ ਇੰਡੀਵਿਜੂਅਲ ਡਿਫਰੈਂਸਿਸ ਨੇ, ਹਰੇਕ ਵਿਅਕਤੀ ਭਿੰਨ ਆ ਉਹ, ਹੈ ਨਾ। ਇੱਕ ਬੰਦਾ ਉਹਨਾਂ ਨੇ ਦੱਸਿਆ ਕਿ ਸਿਰਫ ਕੋਈ ਸਹੁੰ ਚੱਕ ਕੇ ਨਸ਼ਾ ਛੱਡ ਦਿੰਦਾ, ਇੱਕ ਬੰਦੇ ਨੇ ਦੁਬਾਰਾ ਇਲਾਜ ਲਿਆ ਉਹ ਤਾਂ ਵੀ ਨਹੀਂ ਛੱਡ ਪਾਇਆ ਜੀ। ਸੋ ਹਰੇਕ ਵਿਅਕਤੀ ਭਿੰਨ ਆ। ਅਸੀਂ ਮਨੋਵਿਗਿਆਨ ਭਿੰਨਤਾ ਤੇ ਹੀ ਕੰਮ ਕਰਦਾ, ਇੰਡੀਵਿਜੂਅਲ ਕੰਮ ਕਰਦਾ। ਸਮਾਜ ਵਿਗਿਆਨ ਦਾ ਕੰਮ ਹੈ ਸਮਾਜ ਤੇ ਕੰਮ ਕਰਨਾ ਜੀ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਨਸ਼ੇ, ਜਿੱਥੇ ਤੱਕ ਨਸ਼ਾ ਛਡਾਉਣ ਦੀ ਗੱਲ ਆ ਜੀ, ਸਮਾਜਿਕ ਮੂਵਮੈਂਟ ਆ ਮੁਹਿੰਮਾਂ, ਇਹਦਾ ਬਹੁਤ ਇੰਪੋਰਟੈਂਟ ਰੋਲ ਆ, ਕਿਉਂਕਿ ਇਹ ਚੀਜ਼ਾਂ ਰੋਲ ਮਾਡਲ ਤਿਆਰ ਕਰਦੀਆਂ ਨੇ, ਔਰ ਰੋਲ ਮਾਡਲ ਦਾ ਹਰੇਕ ਇੰਡੀਵਿਜੂਅਲ ਲੈਵਲ ਤੇ ਹੀ ਆਪਣਾ ਰੋਲ ਆ। ਜਿਹਨੇ ਕਿਸੇ ਨੂੰ ਰੋਲ ਮਾਡਲ ਉਹਨੂੰ ਇਹ ਵੀ ਕਹਿ ਦੇਵੇ ਨਾ ਵੀ ਜਾ ਅੱਜ ਤੋਂ ਨਸ਼ਾ ਨਾ ਕਰੀ, ਉਹ ਇੰਨੀ ਗੱਲ ਕਰਕੇ ਵੀ ਛੱਡ ਸਕਦਾ ਕਿਉਂਕਿ ਉਹਦੇ ਰੋਲ ਮਾਡਲ ਨੇ ਕਹਿਤਾ ਜੀ, ਹੈ ਨਾ। ਇਸ ਕਰਕੇ ਪਰ ਜਿਹੜਾ ਤਰੀਕਾ ਉਹਦੇ ਲਈ ਇਹੀ ਹੈ ਕਿ ਜੇ ਮੁਹਿੰਮ ਚਾਹੇ ਉਹ ਸਮਾਜਿਕ ਤੌਰ ਤੇ ਆ, ਚਾਹੇ ਉਹ ਇੰਡੀਵਿਜੂਅਲ ਤੌਰ ਤੇ ਆ, ਪਰ ਸਮਾਜਿਕ ਮਨੋਵਿਗਿਆਨ ਇਹ ਮੰਨਦਾ ਕਿ ਨਸ਼ਾ ਛੱਡਣਾ ਔਰ ਨਸ਼ਾ ਛੱਡ ਕੇ ਸਥਿਤੀ 'ਚ ਲੰਬੇ ਸਮੇਂ ਲਈ ਰਹਿਣਾ, ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਨਸ਼ਾ ਤਾਂ ਤੁਸੀਂ ਅੱਜ ਇਲਾਜ ਕਰੋ, ਅੱਜ ਹੀ ਛੱਡਤਾ। ਜਿਹੜੀਆਂ ਨਸ਼ੇ ਦੀਆਂ ਕੁਝ ਇਹੋ ਜਿਹੀਆਂ ਸੰਸਥਾਵਾਂ ਨੇ, ਇਹੋ ਜਿਹੀਆਂ ਐਸੋਸੀਏਸ਼ਨ ਨੇ, ਜਿਵੇਂ ਨਾਰਕੋਟਿਕ ਅਨੋਨਿਮਸ, ਅਲਕੋਹਲਿਕ ਅਨੋਨਿਮਸ, ਜਿਹੜੇ ਇੱਕ ਦੂਸਰੇ ਦੀ ਹੈਲਪ ਕਰਦੇ ਨੇ ਨਸ਼ਾ ਛੱਡਣ 'ਚ। ਉਹਨਾਂ ਦੀਆਂ ਮੀਟਿੰਗਾਂ 'ਚ ਅਟੈਂਡ ਤੁਸੀਂ ਕਦੇ ਜਾ ਕੇ ਦੇਖੋ, ਉੱਥੇ ਜਦੋਂ ਆਪਣੇ ਆਪ ਨੂੰ ਉਹ ਸੰਬੋਧਨ ਕਰਦੇ ਨੇ, ਦੱਸਦੇ ਨੇ, ਆਪਣੀ ਇੰਟਰੋਡਕਸ਼ਨ ਦਿੰਦੇ ਨੇ, ਆਪਣੀ ਰਿਕਵਰੀ ਦੱਸਦੇ ਨੇ, ਉਹ ਕਹਿੰਦੇ ਨੇ ਜੀ ਮੈਂ ਨਿਸ਼ਾਨਾ ਸਿੰਘ, ਮੈਂ 1 ਦਿਨ ਤੋਂ ਰਿਕਵਰੀ 'ਚ ਹਾਂ। ਇਹੋ ਜਿਹੀ ਹਾਸੀ ਵਾਲੀ ਗੱਲ ਵੀ ਆ ਜਾਂਦੀ। ਇੱਕ ਬੰਦਾ ਕਹਿੰਦਾ ਮੈਂ ਨਸ਼ੇੜੀ ਫਲਾਣਾ ਸਿੰਘ, ਮੈਂ ਘੰਟੇ ਤੋਂ ਰਿਕਵਰੀ 'ਚ ਹਾਂ, ਮਤਲਬ ਘੰਟੇ ਤੋਂ ਹੈ। ਕੋਈ ਕਹਿੰਦਾ ਮੈਂ 2 ਦਿਨਾਂ ਤੋਂ ਛੱਡਿਆ ਹੋਇਆ। ਮਤਲਬ ਇਹ ਹੈ ਕਿ ਨਸ਼ਾ ਛੱਡਣਾ ਮਤਲਬ ਇਹ ਨਹੀਂ ਹੈਗਾ ਕਿ ਨਸ਼ੇ ਦੀ ਵਰਤੋਂ ਨਾ ਕਰਨਾ। ਨਸ਼ੇ ਦਾ ਛੱਡਣ ਦਾ ਮਤਲਬ ਆ ਕਿ ਉਸ ਚੀਜ਼ ਚੋਂ ਨਿਕਲ ਕੇ ਆਪਣੇ ਆਪ ਨੂੰ ਦੁਬਾਰਾ ਉਨਾ ਹੀ ਕੈਪੇਬਲ ਔਰ ਫੁੱਲੀ ਫੰਕਸ਼ਨਲ ਬਣਾ ਲੈਣਾ, ਤਾਂ ਕਿ ਤੁਸੀਂ ਹਰ ਲੈਵਲ ਤੇ ਉਨਾ ਹੀ ਐਕੂਰੇਟਲੀ, ਇਫੈਕਟਿਵਲੀ ਕੰਮ ਕਰਦੇ ਹੋ ਜਦੋਂ ਪਹਿਲਾਂ ਕਰਦੇ ਹੁੰਦੇ ਸੀ। ਸੋ ਇਸ ਕਰਕੇ ਇੰਡੀਵਿਜੂਅਲ ਲੈਵਲ ਤੇ ਹੀ ਕੰਮ ਹੋ ਸਕਦਾ। ਸਮਾਜਿਕ ਤੌਰ ਤੇ ਉਹਨਾਂ ਨੂੰ ਇਨਫਲੂਐਂਸ ਕੀਤਾ ਜਾ, ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਕਿ ਉਹ ਇਹੋ ਜਿਹੇ ਪ੍ਰੋਫੈਸ਼ਨਲ ਤਰੀਕੇ ਨਾਲ ਬਣੇ ਹੋਏ ਇਲਾਜ ਲੈਣ ਲਈ ਤਿਆਰ ਹੋ ਜਾਣ। ਮੁਹਿੰਮਾਂ ਦੇ ਦੁਆਰਾ ਕਰੀਏ ਮੁਹਿੰਮਾਂ ਉਹਨਾਂ ਨੂੰ ਮੋਟੀਵੇਟ ਕਰ ਸਕਦੀਆਂ ਨੇ ਕਿ ਉਹ ਇਸ ਚੀਜ਼ ਲਈ ਯੋਗ ਇਲਾਜ ਦੀ ਭਾਲ ਕਿੱਥੇ ਕਰਨ ਤੇ ਕਿਵੇਂ ਚੈੱਕ ਕਰਨ ਕਿ ਉਹ ਸਹੀ ਤਰੀਕੇ ਨਾਲ ਲੈ ਰਹੇ ਨੇ ਜਾਂ ਸਿਰਫ ਕੋਈ ਫਾਰਮਾਸਿਸਟ ਤੋਂ ਦਵਾਈਆਂ ਲੈ ਰਹੇ ਨੇ ਜਾਂ ਕਿਸੇ ਵੈਦ ਦੀਆਂ ਪੁੜੀਆਂ ਲੈ ਰਹੇ ਨੇ। तो इस करके बड़ा रिस्क आ। गाइडलाइंस अवेलेबल ने, गवर्नमेंट ने अपने लेवल ते, सुप्रीम कोर्ट ने, हाई कोर्ट ने, मैंटल हैल्थ डिपार्टमेंट्स ने, मैंटल हैल्थ एक्ट ने, हर चीज ने दसिया कि नशा छुड़ाउण वास्ते बिल्डिंग किहो जी होवे, इलाज किहो जिहा होवे, बंदे किहो जिहे होण, उन्हां दी की ट्रेनिंग होवे। ਇਹ ਜਿਹੀਆਂ ਚੀਜ਼ਾਂ ਲਾਗੂ ਕਰਨ ਦੇ ਵਿੱਚ ਮੁਹਿੰਮਾਂ, ਸੰਸਥਾਵਾਂ ਸੋਸ਼ਲ ਲੈਵਲ ਤੇ ਰੋਲ ਪਲੇ ਕਰ ਸਕਦੀਆਂ ਨੇ ਕਿ ਇਹ ਸਿਸਟਮ ਨੂੰ ਅਪਲਾਈ ਕਰਾਉਣ। ਡਾਕਟਰ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਕਰੀਬ 200 ਓਟ ਕਲੀਨਿਕ ਨੇ ਔਰ 35 ਦੇ ਕਰੀਬ ਗਵਰਨਮੈਂਟ ਡੀ-ਐਡਿਕਸ਼ਨ ਸੈਂਟਰ ਨੇ, ਕਰੀਬ 125 ਪ੍ਰਾਈਵੇਟ ਸੈਂਟਰ ਹੈਗਾ ਜਿਨ੍ਹਾਂ ਨੂੰ ਸਰਕਾਰ ਨੇ ਲਾਇਸੈਂਸ ਦਿੱਤਾ ਹੋਇਆ ਜੀ। ਆਲਮੋਸਟ 300 ਦੇ ਕਰੀਬ ਚੀਜ਼ਾਂ ਅਵੇਲੇਬਲ ਨੇ ਹਰ ਸ਼ਹਿਰ। ਫਿਰ ਵੀ ਪ੍ਰੋਬਲਮ ਕਿੱਥੇ ਆ ਕਿ ਉਹ ਉਨੀ ਦੇਰ ਤਾਂ ਅਸਰ ਰਹਿੰਦਾ ਜਿੰਨੀ ਦੇਰ ਉਹ ਇਲਾਜ ਲੈ ਰਹੇ ਨੇ। ਇਲਾਜ ਲੈਣ ਤੋਂ ਬਾਅਦ ਵਾਪਸ ਜਦੋਂ ਸਮਾਜ ਚ ਆਉਂਦੇ ਨੇ ਉਹਨਾਂ ਲਈ ਕੋਈ ਸਿਸਟਮ ਅਵੇਲੇਬਲ ਨਹੀਂ ਹੁੰਦਾ ਜੋ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ, ਉਹਨਾਂ ਨੂੰ ਕੰਮ ਨਹੀਂ ਮਿਲਦਾ, ਉਹਨਾਂ ਨੂੰ ਪਰਿਵਾਰ ਤੱਕ ਐਕਸੈਪਟ ਨਹੀਂ ਕਰਦਾ। ਇਸ ਕਰਕੇ ਉਹ ਹਾਰ ਕੇ ਅਗਲਾ ਕਹਿੰਦਾ ਜੀ ਇਹੀ ਕੁਝ ਸੁਣਨਾ, ਇਸ ਤੋਂ ਚੰਗਾ ਤਾਂ ਫਿਰ ਨਸ਼ਾ ਕਰਦੇ ਹੀ ਚੰਗੇ ਸੀ। ਤੋਂ ਰਿਸੈਂਟਮੈਂਟ ਚ, ਖੁੰਦਕ ਚ, ਨਿਮੋਸ਼ ਹੋ ਕੇ, ਬੇਆਸ ਹੋ ਕੇ ਉਹ ਦੂਜੀ ਤੀਜੀ ਵਾਰ ਨਸ਼ਾ ਕਰਦੇ ਨੇ। ਪਹਿਲੀ ਵਾਰ ਜਿਸ ਮਰਜ਼ੀ ਲਿਆ, ਪਰ ਜਿਹੜੇ ਬਾਅਦ ਦੇ ਕਾਰਨ ਨੇ ਨਸ਼ਾ ਕਰਨ ਦੇ ਉਹ ਸਿਰਫ ਇਸੇ ਕਰਕੇ ਨੇ ਕਿ ਉਹਨਾਂ ਨੂੰ ਠੀਕ ਹੋਣ ਤੋਂ ਵਾਰਤਾ ਨਹੀਂ ਮਿਲੀ, ਨਾ ਹੀ ਯੋਗ ਕੰਮ ਮਿਲਿਆ। ਨੌਕਰੀ ਵਾਲੇ ਨੇ ਵੀ ਕਹਤਾ ਯਾਰ ਇਹਨੂੰ ਕਿਉਂ। ਬਿਲਕੁਲ, ਜਿਹੜੀ ਤੁਸੀਂ ਸੋਸ਼ਲ ਐਕਸੈਪਟੇਬਿਲਿਟੀ ਦੀ ਗੱਲ ਕਰ ਰਹੇ ਹੋ ਇਹ ਵੀ ਇੱਕ ਵੱਡੀ ਗੱਲ ਹੈ। ਖੈਰ
ਉਹ ਇੰਨੀ ਅਸੀਂ ਮਤਲਬ ਟੈਕਨੀਕਲ ਵਾਲੇ ਪਾਸੇ ਦਾ ਖੈਰ ਨਹੀਂ ਜਾਵਾਂਗੇ, ਪਰ ਇਹ ਗੱਲ ਠੀਕ ਹੈ। ਇਹ ਜੇਕਰ ਇਹੀ ਨਹੀਂ ਹੋਊਗੀ, ਜੇ ਤੁਸੀਂ ਬੰਦਾ ਸੁਧਾਰ ਲਿਆ ਉਹਦੇ ਫਿਰ ਵਿਗੜਨ ਦੇ ਚਾਂਸਸ ਕਿਤੇ ਨਾ ਕਿਤੇ ਰਹਿੰਦੇ ਆ। ਹਾਲਾਂਕਿ ਮਤਲਬ ਇਹੀ ਉਹਨੂੰ ਇੰਨਾ ਜ਼ਿਆਦਾ ਮਤਲਬ ਮਨੋਵਿਗਿਆਨੀ ਤਰੀਕੇ ਦੇ ਤੌਰ ਤੇ ਸਟਰੋਂਗ ਕਰਨਾ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਰਹੇਗਾ ਕਿ ਲੋਕ ਜੋ ਮਰਜ਼ੀ ਬੋਲੀ ਜਾਣ, ਇਹ ਗੱਲ ਸਾਨੂੰ ਦੱਸਣੀ ਪਊਗੀ। ਕੋਈ ਮਰਜ਼ੀ ਕੋਈ ਭਕਾਈ ਮਾਰੀ ਜਾਵੇ, ਭਾਈ ਤੂੰ ਚੰਗੇ ਰਸਤੇ ਦੇ ਉੱਤੇ ਪਰਤਿਆ, ਐ ਤਾਂ ਫਿਰ ਸੱਜਣ ਠੱਗ ਕਰਕੇ ਵੀ ਨਾ ਆਉਂਦੇ। ਇਹ ਤਾਂ ਗੱਲ ਇਹ ਹੈ ਵੀ ਤੁਹਾਡੀ ਤਕਰੀਰ ਦੇ ਵਿੱਚ ਉਨੀ ਊਰਜਾ ਨਹੀਂ ਹੈ। ਚਲੋ ਖੈਰ, ਮੇਰੇ ਲੱਗਦਾ ਕਿ ਸਾਰੀਆਂ ਗੱਲਾਂ ਇਸ ਮੌਕੇ ਹੋਈਆਂ ਨੇ। ਔਰ ਮੈਂ ਇਹਦੇ ਤੇ ਇੱਕ ਗੱਲ ਕਹਿਣੀ ਚਾਹਾਂਗਾ, ਜੇ ਤੁਹਾਡੇ ਕੋਲ ਇੱਕ ਟਾਈਮ ਹੋਵੇ। ਜੀ ਬਿਲਕੁਲ, ਜ਼ਰੂਰ ਡਾਕਟਰ ਸਾਹਿਬ। ਹਾਂਜੀ, ਮੇਰਾ ਇਸ਼ੂ ਇਹ ਹੈ ਵੀ ਅਸੀਂ ਫਿਰ ਉਸ ਨੂੰ ਟੈਕਨੀਕਲਿਟੀ ਚ ਲੈ ਕੇ ਜਾ ਰਹੇ ਹਾਂ। ਇਹ ਬਿਲਕੁਲ ਗਲਤ ਹੈ। ਮੈਂ ਬਿਲਕੁਲ ਡਿਸਐਗਰੀ ਕਰਦਾ ਇਸ ਨਾਲ। ਇੱਥੇ ਅਨਪੜ੍ਹਤਾ ਦੀ ਸੀਗੀ, ਇਦਾਂ ਹੀ ਐਕਸਪਰਟ ਵੀ ਜੀ ਆਏ ਹੁੰਦਾ ਜੀ, ਕਹਦਾ ਆਏ ਬਣਨਾ ਚਾਹੀਦਾ ਜੀ, ਫਲਾਣਾ ਕਰਨਾ ਚਾਹੀਦਾ। 4 ਕਰੋੜ ਰੁਪਏ ਹਰ ਸਾਲ ਖਰਚੀ ਜਾਂਦੇ ਸੀਗੇ। 500 ਮਾਸਟਰ B.Ed ਲੱਗਿਆ ਹੋਇਆ ਸੀ, ਢੇਡੇ ਦਾ ਨਹੀਂ ਪੜਾਉਂਦੇ ਸੀ। ਤੇ ਉਦੋਂ ਮੁੜ ਕੇ ਅਸੀਂ ਮੁਹਿੰਮ ਚਲਾਈ ਤੇ ਜਿੰਨਾ ਉਹਨਾਂ ਨੇ 2 ਸਾਲ 'ਚ ਖਰਚਾ ਸੀ, ਉਹਨੇ ਪੈਸੇ ਨਾਲ ਪੰਜਾਬ ਦੇ ਵਿੱਚ ਲਿਟਰੇਸੀ ਰੇਟ ਜਿਹੜਾ 58% ਸੀ, ਉਹ 69% ਤੇ ਪਹੁੰਚ ਗਿਆ ਸੀ 2 ਸਾਲ ਮੁਹਿੰਮ ਚਲਾਉਣ ਨਾਲ। ਜਿਹੜਾ ਇਨਫੈਂਟ ਮੋਰਟੈਲਿਟੀ ਰੇਟ 1 ਸਾਲ ਤੋਂ ਪਹਿਲਾਂ ਬੱਚੇ ਮਰ ਜਾਂਦੇ ਨੇ, ਉਹ 98 ਬੱਚੇ ਮਰਦੇ ਸੀ ਪੂਰੇ ਭਾਰਤ 'ਚ। ਅਸੀਂ ਪੂਰੇ ਭਾਰਤ 'ਚ ਮੁਹਿੰਮ ਚਲਾਈ, ਉਹ 78 ਰਹਿ ਗਿਆ 2 ਸਾਲਾਂ 'ਚ। ਜਦਕਿ 1947 'ਚੋਂ ਜਿੱਦੇ ਭਾਰਤ ਦੇਸ਼ ਆਜ਼ਾਦ ਹੋਇਆ ਸੀ, ਉਹਦੇ 144 ਸੀ। 144 ਤੋਂ 98 'ਚ ਆਇਆ ਸੀ ਇੰਨੇ ਸਾਲਾਂ 'ਚ, 1991 ਤੱਕ। ਸੋ ਇਹ ਗੱਲ ਨਹੀਂ ਹੈ ਜਿਹੜੀ ਫਿਰ ਰੀਹੈਬਿਲਿਟੇਸ਼ਨ ਹੋਣੀ ਹੈ ਸਮਾਜ 'ਚ। ਜੇ ਸਮਾਜਿਕ ਮੁਹਿੰਮ ਨਹੀਂ, ਇਹ ਵੱਡੇ ਵੱਡੇ ਹਸਪਤਾਲ ਬਣਾਉਣੇ, ਬੜੇ ਬੜੇ ਤਕਨੀਕ ਦੇਣੀ, ਇਹ ਸਾਰਾ ਅਸੀਂ ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ ਪ੍ਰੋਬਲਮ ਦਾ ਹੱਲ ਜਿਹੜਾ ਹੈ ਉਹ ਟੈਕਨੋਲੋਜੀਕਲ ਲੱਭਦੇ ਆ। ਜੇ ਭਰੂਣ ਹੱਤਿਆ ਬੰਦ ਕਰਨੀ ਆ, ਕੋਈ ਗੂਜਾ ਲਾ ਦਿਓ ਜੀ, ਅਲਟਰਾਸਾਊਂਡ ਬੰਦ ਕਰ ਦਿਓ ਜੀ, ਬੰਦੇ ਨੂੰ ਅੰਦਰ ਕਰ ਦਿਓ ਜੀ, ਨਸ਼ਿਆਂ ਦੇ ਉੱਤੇ ਹੀ ਕੁਝ ਕਰ ਦਿਓ ਜੀ। ਤੁਸੀਂ ਕਿਸੇ ਜੇ ਰੇਪ ਹੁੰਦੇ ਨੇ ਉਹਦੇ ਉੱਤੇ ਹੀ ਕੁਝ ਕਰ ਦਿਓ। ਆਈ ਟ੍ਰੇਨਿੰਗ ਦੀ ਘਾਟ। ਪਲੀਜ਼ let me complete ਹਾਂ ਪਲੀਜ਼ ਗੱਲ ਸਪੋਕਨ। ਸੋ ਅਸੀਂ ਜਦ ਇਹ ਚੀਜ਼ਾਂ ਹੁੰਦੀਆਂ ਨੇ ਵਿਅਕਤੀਗਤ ਲੈਵਲ ਤੇ, ਕਿਸੇ ਇੱਕ ਵਿਅਕਤੀ ਦਾ ਕਰਨਾ ਸਾਰਾ ਕੁਝ ਇਹੀ ਕਰਨਾ ਪਊ ਜੋ ਕਹਿੰਦੇ ਨੇ। ਜਦ ਤੁਸੀਂ ਸਮਾਜ ਦਾ ਇਲਾਜ ਕਰਨਾ ਹੈ, ਉਹ ਵਿਅਕਤੀ ਵਾਲੇ ਇਲਾਜ 'ਚ ਨਹੀਂ ਹੋਏਗਾ। ਇੱਕ ਬੰਦੇ ਨੂੰ ਰੋਟੀ ਖਿਲਾਉਣ ਦਾ ਤੁਹਾਡਾ ਤੌਰ ਤਰੀਕਾ ਹੋਰ ਹੋਏਗਾ, ਤੇ ਜਦ ਤੁਸੀਂ ਲੱਖਾਂ ਨੂੰ ਰੋਟੀ ਖਿਲਾਉਣੀ ਹੈ ਉਦੋਂ ਹੋਰ ਹੋਏਗਾ। ਨਾ ਤੁਸੀਂ ਉਹ ਮਾਪਦੰਡ ਬਣ ਸਕਦੇ ਹੋ। ਜੇ ਤੁਸੀਂ ਇੱਕ ਬੰਦੇ ਨੂੰ ਰੋਟੀ ਖਿਲਾਉਣ ਵਾਲੇ ਮਾਪਦੰਡ ਲੰਗਰ ਚਲਾਉਣਾ ਸ਼ੁਰੂ ਕਰ ਦੋਗੇ ਤਾਂ ਲੰਗਰ ਚੱਲੇਗਾ ਹੀ ਨਹੀਂ। ਉੱਥੇ ਜੀ ਆਹ ਗਲਾਸ ਐ ਕਿਵੇਂ ਹੋ ਗਿਆ, ਆਹ ਐ ਕਿਉਂ ਨਹੀਂ ਧੋਤਾ। ਸਰਕਾਰਾਂ ਕੀ ਕਰਦੀਆਂ ਨੇ? ਸਰਕਾਰਾਂ ਮਾਪਦੰਡ ਫਿਕਸ ਕਰਕੇ, ਕਿਉਂਕਿ ਵੱਡੀਆਂ ਕਾਰਪੋਰੇਸ਼ਨਾਂ ਦਾ ਸਮਾਨ ਵਿਕਣਾ ਹੈ। ਵੈਂਟੀਲੇਟਰ 'ਚ ਬੰਦੇ ਕਿਉਂ ਗਏ? ਵੈਂਟੀਲੇਟਰ ਵਾਲਾ ਜਸਟੀਫਾਈ ਕਰਦਾ। ਜਦ 95% ਕਰੋਨਾ ਨੇ ਉੱਜੀ ਠੀਕ ਹੋਣਾ ਸੀ, ਉਦੋਂ ਤਾਂ ਤੁਸੀਂ ਆਪਣੇ ਹਸਪਤਾਲ ਤੋਂ ਜਾਣੀ, ਉਹਦੀ ਪ੍ਰਚਾਰ ਹੀ ਇਹ ਕਰਤਾ ਵੀ ਵੱਡੇ ਹਸਪਤਾਲ ਤੋਂ ਬਿਨਾਂ ਇਲਾਜ ਨਹੀਂ ਹੋਣਾ, ਜਦ ਕਿ ਉਹਨੇ ਘਰੇ ਠੀਕ ਹੋ ਜਾਣਾ ਸੀ 95% ਨੇ। ਸੋ ਜਦ ਤੁਸੀਂ ਇੱਕ ਪਾਣੀ ਗਿਰਿਆ ਉਹਦੇ ਸਾਰੇ, ਠੀਕ ਹੈ, ਪਾਣੀ ਗਿਰੇ ਤੇ ਅੱਗ ਪੈਗੀ, ਸਾਰੀ ਛਾਦੇ ਪੈ ਜਾਣਗੇ। ਉਹਨੇ ਤਾਂ ਦੱਸ ਦੇਣ ਵੀ ਇੱਥੇ ਠੰਡਾ ਪਾਣੀ ਪਾਈ ਜਾ। ਜਦ ਉਹਦੇ ਛਾਦੇ ਪੈ ਗਏ, ਬੁਰਾ ਹਾਲ ਹੋ ਗਿਆ, ਫਿਰ ICU 'ਚ ਜਾਊਗਾ, ਫਿਰ ਤੁਹਾਨੂੰ ਵੱਡਾ ਹਸਪਤਾਲ ਚਾਹੀਦਾ ਹੀ ਆ। ਸਿਰ 'ਚ ਗੰਡਾਸਾ ਮਾਰਿਆ, ਖੂਨ ਵਗੀ ਜਾਂਦਾ ਬੜਾ ਜ਼ੋਰ ਨਾਲ, ਤੁਸੀਂ ਉਹਨੂੰ ਇਹੀ ਨਹੀਂ ਦੱਸ ਵੀ ਇੱਥਾਂ ਇਹ ਦੱਬਣਾ। ਉਹ ਖੂਨ ਵਗਵਾ ਕੇ ਉਹਦੇ 'ਚ ਬੜਾ ਉਹ ਚਲਿਆ ਗਿਆ, ਹੀਮੋਡਾਇਨਾਮਿਕ ਸਰਕਲ ਉਹਦਾ ਗਿਆ ਹਿੱਲ ਕਿ ਉਹ ਸ਼ੌਕ ਚਲਾ ਗਿਆ, ਤੇ ਉਦੋਂ ਮੁੜ ਕੇ ਰਿਵਰਸੀਬਲ ਸ਼ੌਕ ਚਲਾ ਗਿਆ। ਫਿਰ ਬਲੱਡ ਲਾਈ ਜਾਓ, ਫਿਰ ਵੈਂਟੀਲੇਟਰ 'ਚ ਪਾ ਛੱਡੋ। ਸੋ ਜਦ ਤੁਸੀਂ ਵਿਅਕਤੀ ਦਾ ਇਲਾਜ ਹੋਰ ਚੀਜ਼ ਹੈ, ਸਮਾਜ ਦਾ ਇਲਾਜ ਹੋਰ ਚੀਜ਼ ਹੈ। ਸਾਡੇ ਦੁਖਾਂਤ ਇਹ ਹੈ, ਸਾਡੀ ਟੈਕਨੋਲੋਜੀ ਇਕੱਲੇ ਵਿਅਕਤੀ 'ਤੇ ਫੋਕਸ ਕਰਦੀ ਹੈ, ਉਹ ਸਮਾਜ 'ਤੇ ਫੋਕਸ ਨਹੀਂ ਕਰਦੀ। ਜਿੱਦਾਂ ਅਸੀਂ ਸਮਾਜ 'ਤੇ ਫੋਕਸ ਕਰਾਂਗੇ, ਉਦੋਂ ਫਿਰ ਟੈਕਨੋਲੋਜੀ ਦੀ ਭੂਮਿਕਾ ਹੈ ਵੀ ਹਾਂਜੀ ਐਕਸਪਰਟ ਨੇ, ਆਪਾਂ ਇਹਨਾਂ ਦੀ ਵੀ ਰਾਏ ਲਈਏ, ਇਹ ਹਸਪਤਾਲ ਨੇ, ਆਪਾਂ ਇਹਨਾਂ ਨੂੰ ਵੀ ਵਰਤੀਏ, ਇਹ ਸਾਡੇ ਕੋਲ ਇਕਵਿਪਮੈਂਟ ਹੈ, ਆਪਾਂ ਉਹਨੂੰ ਵੀ ਵਰਤੀਏ। ਇਹ ਨਹੀਂ ਹੈ ਮੈਂ ਕੋਈ ਇਹਨਾਂ ਦਾ ਵਿਰੋਧੀ ਨਹੀਂ ਹੈ ਸਮਾਨ ਵਰਤਣ ਦਾ, ਪਰ ਸਮਾਨ ਜਿੱਥੇ ਲੋੜ ਹੋਵੇ ਉੱਥੇ ਵਰਤਿਆ ਜਾਣਾ ਹੈ। ਪਹਿਲਾਂ ਸਮਾਜ ਹੈ, ਫਿਰ ਸਮਾਨ ਹੈ। ਬਿਲਕੁਲ ਠੀਕ ਹੈ। ਤੁਸੀਂ ਇਸ ਚਰਚਾ ਦੇ ਵਿੱਚ ਆਏ, ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਮੈਂ ਸ਼ੁਕਰੀਆ ਅਦਾ ਕਰਦਾ। ਬਹੁਤ ਬਹੁਤ ਧੰਨਵਾਦ। ਸੋ ਗੱਲ ਇਹ ਹੈ ਕਿ ਜਿਹੜੀ ਇਹ ਮੁਹਿੰਮ ਜਿਹੜੀ ਚਲਾਈ ਗਈ, ਇਸ ਮੁਹਿੰਮ ਦਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਸਾਨੂੰ ਪੋਜ਼ਿਟਿਵ ਪੱਖ ਜ਼ਰੂਰ ਦੇਖਣਾ ਚਾਹੀਦਾ, ਪਰ ਉਹਦੀ ਜਿਹੜੀ ਪੋਜ਼ਿਟਿਵ ਅਪਰੋਚ ਕਿੰਨੀ ਸੀ ਉਹਦੇ ਉੱਤੇ ਇਸ ਚਰਚਾ ਦੇ ਵਿੱਚ ਗੱਲਬਾਤ ਹੋਈ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਨੂੰ ਪੋਜ਼ਿਟਿਵ ਤਰੀਕੇ ਨਾਲ ਲਓਗੇ। ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।